देखो असीं ये नहीं चाहते मैं मोड़ा ते खड़ के तुसीं गल करो पंचायत खा गई पैसा। मैं 66 लाख रुपया आया जी अपने कोल 3 साल ते मान लो 6 महीने 3.5 सालों का साडा कार्यकाल हो गया। ਉਹਦੇ ਵਿੱਚ ਹੁਣ ਤੁਸੀਂ ਕੰਮ ਵੇਖੋ ਪੰਚਾਇਤ ਨੇ ਕੀਤੇ। ਉਹ ਬੰਦੇ ਵੀ ਜਿਨ੍ਹਾਂ ਨੇ ਕਿਹਾ ਵੀ ਕੰਮ ਵਾਲੀ ਪੰਚਾਇਤ ਆ ਉਹ ਬੰਦੇ ਜਨਾਨੀਆਂ ਨਾਲ ਵੀ ਭੈੜੇ ਠੀਕ ਆ। ਉਹ ਸਾਡੇ ਕੋਲੇ ਗੱਲ ਆ ਗਈ ਆ ਚੁੱਕੀ ਆ ਹੋ ਗਈ 36 ਸਾਲ 36 ਸਾਲ ਦੀ ਏਜ ਮੈਂ ਤਾਂ ਡਿਸਪੈਂਸਰੀ ਉਵੇਂ ਹੀ ਦੇਣਾ ਸੀਗਾ। ਦੇਖੋ ਖੰਡਰ ਪਿਆ ਸੀ ਡਿਸਪੈਂਸਰੀ ਉਹ ਚਾਲੂ ਕਰਤੀ ਆਪਾਂ। ਅਸੀਂ ਬਾਅਦ ਚ ਰਹਿਣਾ 1.5 ਸਾਲ ਸਾਡਾ ਕਾਰਜਕਾਲ ਹੋ ਗਿਆ। ਕੋਈ ਗੱਲ ਨਹੀਂ ਸੋਤੋਂ ਜਿੱਦੇ ਜਾਵਾਂਗੇ ਵਧੀਆ ਸ਼ਾਬਾਸ਼ੇ ਲੈ ਕੇ ਪਿੱਛੇ ਹਟਾਂਗੇ ਤੇ ਤੁਹਾਨੂੰ ਦੇ ਕੇ ਹੀ ਜਾਵਾਂਗੇ ਪਿੰਡ ਨੂੰ ਕਹਿ ਕੇ ਜਾਵਾਂਗੇ ਵੀ ਅਸੀਂ ਆਹ ਕੁਝ ਪਿੰਡ ਦਾ ਬਣਾਇਆ। ਨਹੀਂ ਬਿਲਕੁਲ ਤੇ ਡਿਟੇਲ ਬਾਈ ਦੱਸਾਂਗੇ ਪੈਸਾ ਦੱਸਾਂਗੇ ਤੁਹਾਨੂੰ ਸਾਰਾ ਵੀ ਕਿੰਨਾ ਆਪ ਨੂੰ ਹੁਣ ਤੱਕ ਪਿੰਡ ਨੂੰ ਪੈਸਾ ਮਿਲਿਆ ਕਿੰਨਾ ਉਹ ਕਿੱਥੇ ਕਿੱਥੇ ਲਾਇਆ ਉਹ ਸਾਰਾ ਕੁਝ ਦੱਸਾਂਗੇ। ਇਹ ਜਗਸੀਰ ਬੈਠਾ ਹੈ ਤੁਹਾਨੂੰ ਨਰੇਗਾ ਦਾ ਦੱਸ ਦੂਗਾ। ਬਾਈ ਉਰਦੂ ਦੀ ਡਿਊਟੀ ਲੱਗੀ ਹੈ। ਇੱਕ ਮਾਫੀ ਚਾਹੁੰਦਾ ਮੈਂ ਪੰਚਾਇਤ ਸੈਕਟਰੀ ਆਪਣੇ ਜੀਵਨ ਦੇ ਸੱਟ ਲੱਗੀ ਵੀ ਆ ਉਹਦੀ ਹੱਡੀ ਫ੍ਰੈਕਚਰ ਹੋ ਗਈ ਗਿੱਟੇ ਦੀ ਉਹ ਤੋਂ ਆਇਆ ਨਹੀਂ ਜਾਣਾ ਉਹਦੀ ਮਜਬੂਰੀ ਹੋ ਗਈ ਨਹੀਂ ਉਹਨੇ ਆਉਣਾ ਸੀ। ਸਾਨੂੰ ਵੀ ਮਹਿਸੂਸ ਹੁੰਦਾ ਵੀ ਉਹਨੂੰ ਆਉਣਾ ਚਾਹੀਦਾ ਸੀਗਾ ਪਰ ਇਹ ਵੀ ਹੋਊਗਾ ਵੀ ਕਈਆਂ ਨੂੰ ਪਤਾ ਨਹੀਂ ਕਿਤੇ ਜਾਣ ਕੇ ਨਹੀਂ ਆਇਆ ਉਹ ਮਜਬੂਰੀ ਹੋ ਗਈ ਦੀ ਕੋਈ ਗੱਲ ਨਹੀਂ ਉਹ ਆਪਣੇ ਵਿੱਚ ਖੜਾ ਜਿੱਦੇ ਕੋਈ ਗੱਲਬਾਤ ਹੋਈ ਉਹਨੂੰ ਨਾਲ ਲਿਆ ਕੇ ਉੱਥੇ ਕਰਾਂਗੇ। ਸਵਾਲਾਂ ਦੇ ਜਵਾਬ ਦਿੰਦੇ ਨੇ ਹਾਂ ਅੱਜ ਕਲੀਅਰ ਕਰ ਲਿਓ ਬਿਲਕੁਲ। ਕੱਲ ਨੂੰ ਕੋਈ RTIਆਂ ਪਾਉਣ ਦਾ ਕੋਈ ਫਾਇਦਾ ਨਹੀਂ। ਜਦੋਂ ਮਰਜ਼ੀ ਮੇਰੇ ਘਰੇ ਆਇਓ ਮੇਰੇ ਦਰਵਾਜ਼ੇ ਖੁੱਲੇ ਆ ਤੁਹਾਡੇ ਮੂਹਰੇ ਰਿਕਾਰਡ ਰੱਖੂਗਾ ਜਿੱਥੋਂ ਮਰਜ਼ੀ ਮੈਨੂੰ ਤੁਸੀਂ ਪੁੱਛਣ ਵਾਲੇ ਹਾਂ। ਇਹ ਨਹੀਂ ਮੁੜ ਕੇ ਮੋੜਾਂ ਦੇ ਖੜ ਕੇ ਕੱਲ ਨੂੰ ਗੱਲਾਂ ਕਰਦੇ ਮੈਂ ਕੁਲਵਿੰਦਰ ਨੂੰ ਬੇਚੱਕ ਹੋ ਕੇ ਗਿਆ ਸੀਗਾ। ਅੱਜ ਤੱਕ ਕਿਸੇ ਪਿੰਡ 'ਚ ਵੀ ਇਹ ਨਹੀਂ ਲੌਸਮੈਂਟ ਹੋਈ ਹੋਣੀ ਇਹੀ ਹੋਈ ਹੋਣੀ ਆ ਵੀ ਆਪਣਾ ਆਮ ਇਜਲਾਸ ਸੱਦਿਆ ਗਿਆ ਅੱਜ। ਪਰ ਮੈਂ ਫੇਰ ਵੀ ਕੁਲਵਿੰਦਰ ਨੂੰ ਕਹਿੰਦਾ ਮੈਂ ਕਿਹਾ ਕੁਲਵਿੰਦਰ ਨਹੀਂ ਤੂੰ ਲੌਸਮੈਂਟ ਕਰਕੇ ਕਹਿ ਦੇ ਵੀ ਭਾਈ ਹਿਸਾਬ ਦੇਣਾ ਸੀ ਜਿਹਨੇ ਲੈਣਾ ਸਾਤੋਂ ਲੈ ਸਕਦੇ ਕਿੰਨਾ ਪੈਸਾ ਹੈ ਕਿੰਨਾ ਦੱਸਾਂਗੇ। ਆਪ ਹੈਰਾਨ ਹੋ ਜਾਓਗੇ ਤੁਸੀਂ ਵੀ ਇੰਨੇ ਥੋੜੇ ਜਿਹੇ ਉਹਦੇ ਪੈਸਿਆਂ 'ਚ ਅਸੀਂ ਇੰਨਾ ਕੰਮ ਕਰ ਚੁੱਕੇ ਹਾਂ ਪਿੰਡ ਦਾ। ਬਾਈ ਸੈਕਟਰੀ ਤੁਹਾਨੂੰ ਦੱਸਣਗੇ ਬਾਅਦ 'ਚ ਮੈਂ ਤੁਹਾਨੂੰ ਡਿਟੇਲ ਦੱਸੂਗਾ ਸਾਰੀ ਕੀ ਕੰਮ ਹੋਇਆ ਕਿੱਥੇ ਕਿੱਥੇ ਸਾਰੇ ਆਪਾਂ ਕੰਮ ਕੀਤੇ। ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜਿੱਥੇ ਮੈਂ ਸਾਦਾ ਮੈਂ ਛੋਟੇ ਸਦੇ ਫਾਇਦਾ ਤੁਹਾਡਾ ਹੀ ਆ ਕੰਮ ਉੱਥੇ ਤੁਹਾਡਾ ਚੱਲਣਾ ਹੁੰਦਾ ਪਲੀਜ਼ ਆ ਜਾ ਕਰੋ। ਹਾਂ ਚਲੋ ਵੈਸੇ ਇਹ ਅਸੀਂ ਆਏ ਨਹੀਂ ਵੀ ਕੋਈ ਸਾਨੂੰ ਹੈਗਾ ਤੁਹਾਡਾ ਹੱਕ ਆ ਇਹ ਸਾਡੇ ਤੇ 5 ਸਾਲਾਂ ਵਾਲੇ ਨਹੀਂ ਆਉਣ ਵਾਲੇ 5 ਸਾਲਾਂ ਤੇ ਕਿਸੇ ਤੋਂ ਵੀ ਮੰਨ ਲਓ ਗ੍ਰਾਮ ਸਭਾ ਦਾ ਮਤਲਬ ਇਹ ਆ ਵੀ ਜਿਹੜੀ ਗ੍ਰਾਮ ਸਭਾ ਸਾਰਿਆਂ ਦਾ ਏਕਾ ਹੁੰਦਾ ਪਿੰਡ ਦਾ ਤੁਸੀਂ ਅਧਿਕਾਰ ਆ ਤੁਹਾਡੇ ਕੋਲ ਤੁਸੀਂ ਪੰਚਾਇਤ ਤੋਂ ਉੱਠ ਕੇ ਸਾਰੇ ਜਾਣੇ ਹਿਸਾਬ ਕਿਤਾਬ ਮੰਗ ਸਕਦੇ ਆ ਉਹਨਾਂ ਦਾ ਹੱਕ ਆ ਤੁਹਾਨੂੰ ਦੱਸਣ ਦਾ। ਕਿਸੇ ਵੀ ਗਲੀ ਤੇ ਤੁਸੀਂ ਜਾ ਕੇ ਨੂੰ ਕਹਿ ਸਕਦੇ ਇੱਥੇ ਕਿੰਨਾ ਪੈਸਾ ਲੱਗਿਆ ਦੱਸ ਸਾਨੂੰ ਇੱਥੇ ਇੱਟ ਚੰਗੀ ਲੱਗੀ ਆ ਜਾਂ ਮਾੜੀ ਲੱਗੀ ਆ। ਇਹ ਆਪਣਾ ਸਭ ਦਾ ਹੱਕ ਆ ਪੁੱਛਣ ਦਾ। ਇਹ ਨਹੀਂ ਅਸੀਂ ਉਹ ਚੀਜ਼ ਨੂੰ ਲੁਕਾਵਾਂਗੇ ਤਾਂ ਚੋਰ ਆ ਬਸ ਸਿੱਧੀ ਗੱਲ ਆ। ਜੇ ਮੈਂ ਵੀ ਇਹ ਚੀਜ਼ ਨੂੰ ਮੈਂ ਚੋਰ ਆ ਮੈਂ ਖਾਧਾ बात चलावांगे बस 20 मिनट मांगते हैं तो बस अद्धा घंटा बंद करके सारियां सुनांगे फरियादा कोई ਅੱਜ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਸਾਹਿਬ ਪੰਚਾਇਤ ਮੰਤਰੀ ਪੰਜਾਬ ਸਰਕਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪੰਜਾਬ ਦੇ ਵਿੱਚ 15 ਤਰੀਕ ਤੋਂ ਲੈ ਕੇ 26 ਤਰੀਕ ਤੱਕ ग्राम सभा के इजलास हो रहे हैं। ग्राम सभा सब तो पहले मैं दस देना चाहता भी ग्राम सभा की होती है। जिन्हें तुसी पिंड के वोटरों जिन्हों की उम्र 18 साल तो उपर है वो सारे ग्राम सभा के तुसी मैंबर हो। आप ग्राम सभा का इजलास कर रहे हैं जिस दे विच आपां जो पंचायत ने पिछले समय के अपने काम किए है
किन्ना अपने पिंड नूं पैसा है, किन्ना आपां खर्च कीता है ते किन्ना हुण तक अपने कोले बकाया पिया है, ਉਹਦਾ लेखा जोखा एक ਜਿਹੜੀ ਆਪਾਂ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਆ ਉਹ ਨਾ ਲਾਈ ਜਾਵੇ, ਉਹਦੇ ਕੋਈ ਬਦਲਵੇਂ ਪ੍ਰਬੰਧ ਕਰ ਕੀਤੇ ਜਾਣ। ਉਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਮੌਸਮ ਪ੍ਰਦੂਸ਼ਣ ਹੁੰਦਾ ਹੈ, ਦੂਸਰਾ ਜਿਹੜੇ ਆਪਾਂ ਦਰਖਤ ਲਗਾਉਂਦੇ ਆ ਉਹ ਵੀ ਦਰਖਤ ਮੱਚ ਜਾਂਦੇ ਆ। ਅਸੀਂ ਸੜਕਾਂ ਦੇ ਦੁਆਲੇ ਦਰਖਤ ਲਾਉਂਦੇ ਆ, ਹੈਰਾਨਗੀ ਦੁੱਖ ਦੀ ਗੱਲ ਹੈ ਭਈ ਉਹਦੇ ਦਰਖਤਾਂ ਤੇ ਜਦੋਂ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਸਾਰੇ ਦਰਖਤ ਮੱਚ ਜਾਂਦੇ ਆ। ਅਸੀਂ ਬਹੁਤ ਸਖਤ ਸਟੈਂਡ ਮਾਨ ਸਰਕਾਰ ਨੂੰ ਵੱਲੋਂ ਲਿਆ ਜਾ ਰਿਹਾ ਹੈ ਕਿ ਜਿਹੜਾ ਵੀ ਜਿਹਦੇ ਮੱਥੇ ਦਰਖਤ ਲੱਗ ਗਿਆ ਜਾਂ ਮੱਚ ਗਿਆ ਉਹਦੇ ਪਰਚਾ, ਉਹ ਬੰਦਾ ਬਚ ਨਹੀਂ ਸਕਣਾ। ਜਦੋਂ ਉਹਦੇ ਪਰਚਾ ਹੋ ਜੇ, ਪਹਿਲਾਂ ਗੱਲਾਂ ਹੋਰ ਸੀ, ਆਪਾਂ ਤਰੀਕਾ ਹੁਣ ਆਪਾਂ ਨੇ ਬੱਚੇ ਬਾਹਰ ਭੇਜਣੇ ਆ, ਆਪਾਂ ਹੀ ਬਾਹਰ ਜਾਣਾ ਹੈ, ਜਿੰਨਾ ਚਿਰ ਆਪਣਾ ਕੇਸ ਨਹੀਂ ਪੂਰਾ ਕਲੀਅਰ ਹੁੰਦਾ ਤਾਂ ਉਸ ਤੱਕ ਅਸੀਂ ਬਾਹਰ ਨਹੀਂ ਜਾ ਸਕਦੇ। ਆਪਾਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਦਰਖਤ ਲਾਉਣੇ ਆ, ਪਹਿਲਾਂ ਵੀ ਲੱਗੇ ਹੋਏ ਕਾਫੀ, ਹੋਰ ਵੀ ਲਾਉਣੇ ਆ। ਪੂਰਾ ਪਿੰਡ ਨੂੰ ਆਪਾਂ ਵਧੇ ਕੇ ਪਿੰਡ ਨੂੰ ਇੱਕ ਬਹੁਤ ਵਧੀਆ ਪ੍ਰਦੂਸ਼ਣ ਰਹਿਤ ਪਿੰਡ ਬਣਾਉਣਾ ਹੈ। ਇਹ ਬਾਨਾ ਤਾਂ ਹੀ ਹੈ ਜੇ ਤੁਹਾਡਾ ਇਕੱਲੇ ਇਕੱਲੇ ਦਾ ਸਹਿਯੋਗ ਹੈ। ਪਿਛਲੇ ਸਮੇਂ ਮੇਰੇ ਯਾਦ ਹੈ ਜਦੋਂ ਧੂਰਕੋਟ ਵਾਲੇ ਆਪਾਂ ਡੇਕਾ ਲਾਂਗਾ ਤਾਂ ਸਰਪੰਚ ਸਾਹਿਬ ਕੁਦਰਤੀ ਰਾਤ ਨੂੰ 10:30 ਵਜੇ ਉਧਰੋਂ ਆ ਰਹੇ ਸੀ ਨਿਹਾਲ ਸਿੰਘ ਵਾਲੇ ਤੋਂ, ਤਾਂ ਕੋਈ ਬੋਰਗਾ ਸਿੱਖ ਪਿੰਡ ਮਾਛੀ ਗਿਆ ਸੀ, ਉਹ ਦਰਖਤ ਵੱਢ ਰਹੇ ਸੀ। ਸਰਪੰਚ ਸਾਹਿਬ ਨੇ ਮੋਟਰਸਾਈਕਲ ਫੜ ਕੇ ਲਿਆਂਦਾ ਤੇ ਉਹਨਾਂ ਨੂੰ ਸਜ਼ਾ ਦਿੱਤੀ, ਉਹਨਾਂ ਨੂੰ ਜੁਰਮਾਨਾ ਵੀ ਕੀਤਾ। ਉਹਨਾਂ ਨੇ ਇਸ ਗੱਲ ਦੀ ਗਲਤੀ ਮੰਨੀ। ਮੇਰੇ ਕਹਿਣ ਦਾ ਮਤਲਬ ਉਸ ਤੋਂ ਬਾਅਦ ਆਪਣਾ ਕੋਈ ਦਰਖਤ ਨਹੀਂ ਜ਼ਰੂਰ ਹੋਇਆ। ਅਗਲੀ ਗੱਲ, ਤੁਸੀਂ ਨਿੱਤ ਅਖਬਾਰਾਂ ਦੇ ਸਾਰੇ ਪੜ੍ਹਦੇ ਹੋ, ਮਾਨਯੋਗ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ, ਪੰਚਾਇਤ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਜਿਨ੍ਹਾਂ ਥਾਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹੈ, ਚਾਹੇ ਕੋਈ ਛੱਪੜਾਂ ਤੇ, ਚਾਹੇ ਕੋਈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਕਬਜ਼ੇ ਕੀਤੇ ਹੋਏ ਹੈ, ਉਹਨਾਂ ਤੋਂ ਆਪਾਂ ਨਜਾਇਜ਼ ਕਬਜ਼ੇ ਜਿੰਨਾ ਚਿਰ ਆਪਾਂ ਬਾਹਲੀ ਕੋਈ ਗੱਲ ਨਹੀਂ, ਹੁਣ ਉਹਨਾਂ ਦਾ ਨਜਾਇਜ਼ ਕਬਜ਼ੇ ਆਪਣੇ ਆਪ ਸਾਰੇ ਵੀਰ ਛੱਡ ਦੇਣ। ਉਸ ਸੰਬੰਧ ਦੇ ਵਿੱਚ ਜਿਹੜਾ ਕੋਈ ਨਾ ਛੱਡੂਗਾ ਉਹਦੀ ਕਾਨੂੰਨੀ ਕਾਰਵਾਈ ਵੀ ਹੋਊਗੀ। ਜਦੋਂ ਤੋਂ ਲੈ ਕੇ ਉਹ ਜ਼ਮੀਨ ਨੂੰ ਬਾਹਰ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਤੋਂ ਮਾਲਗਾ ਲੈ ਜਾਊਗਾ, ਉਹ ਤੋਂ ਠੇਕਾ ਲਿਆ ਜਾਊਗਾ। ਠੀਕ ਹੈ ਕਿ ਨਹੀਂ? ਤਾਂ ਬਹੁਤ ਵਧੀਆ ਸਰਕਾਰ ਦੇ ਬਹੁਤ ਵਧੀਆ ਕਦਮ ਹੈ। ਆਪਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਇਸ ਕੰਮ ਦੇ ਵਿੱਚ। ਆਪਣੇ ਛੱਪੜਾਂ ਦੀ ਜਗ੍ਹਾ ਹੋਰ ਹੈ, ਤੁਹਾਡੀ ਪੰਚਾਇਤ ਨੇ ਇਸ ਸੰਬੰਧ ਦੇ ਵਿੱਚ ਸਾਰੀ ਕਾਰਵਾਈ ਸ਼ੁਰੂ ਕਰਤੀ। ਅਗਲੇ ਹਫ਼ਤੇ ਹੋ ਸਕਦਾ ਸੈਕਟਰੀ ਸਾਹਿਬ ਆ ਜਾਏ ਤੁਹਾਡੇ, ਉਹਨਾਂ ਨੇ ਕੱਲ੍ਹ ਪਲਾਨ ਬਣਾ ਲਈ, ਪਟਵਾਰੀ ਬੈਠਾ ਸੀ। ਅਗਲੇ ਹਫ਼ਤੇ ਉਹ ਤਾਂ ਵੀਡੀਓ ਸਾਹਿਬ ਨੂੰ ਵੀ ਅਸੀਂ ਲੈ ਕੇ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਉਹਨਾਂ ਨੂੰ ਕਹਾਂਗੇ ਛੱਡ ਦਿਓ, ਬਹੁਤ ਚਿਰ ਤੁਸੀਂ ਬਾਹਲੀ ਕਰ ਲਈ ਤੇ ਹੁਣ ਤੁਸੀਂ ਛੱਡ ਦਿਓ। ਉਹਦੇ ਨਾਲ ਆਪਣਾ ਕੀ ਹੋਊਗਾ, ਇੱਕ ਤਾਂ ਪੰਚਾਇਤ ਦੀ ਪਿੰਡ ਦੇ ਵਿੱਚ ਆਮਦਨ ਵਧੂਗੀ, ਦੂਸਰਾ ਆਪਣੇ ਫਤਿਹਗੜ੍ਹ ਛੱਪੜ ਤੇ ਕਿਸੇ ਨੇ ਕਬਜ਼ਾ ਕੀਤਾ, ਛੱਪੜਾ ਭਾਵੇਂ ਛਡਾ ਲਿਆ, ਉਹ ਛਡਾਉਣ ਦੇ ਨਾਲ ਜਦੋਂ ਉਹਦੇ ਆਪਾਂ ਨੂੰ ਪੂਰਾ ਬਣਾਵਾਂਗੇ ਛੱਪੜ, ਉਹਦੇ ਨਾਲ ਨਰੇਗਾ ਨੂੰ ਕੰਮ ਵੀ ਮਿਲੂਗਾ। ਠੀਕ ਹੈ, ਤੇ ਆਪਣਾ ਉੱਥੇ ਅਸੀਂ ਸਾਡੀ ਟੀਚਾ ਹੋਊਗਾ ਵੀ ਸਾਰੇ ਜਿਹੜੇ ਜਿਵੇਂ ਤਖਤੂਪੁਰਾ ਛੱਪੜ ਤੇ ਆਪਾਂ ਦਰਖਤ ਲਾਏ ਹੈ ਤੇ ਉਹ ਸਾਰੇ ਜਿਹੜੇ ਛੱਪੜ ਹੋਣਗੇ ਉਹਨਾਂ ਦੇ ਪੂਰੀਆਂ ਕੰਨੀਆਂ ਤੇ ਦਰਖਤ ਲਾ ਦੇਣਗੇ ਤਾਂ ਕਿ ਕੋਈ ਆਉਣ ਵਾਲੇ ਸਮੇਂ ਵਿੱਚ ਵੀ ਕਬਜ਼ਾ ਨਾ ਕਰ ਸਕੇ। ਆਪਾਂ ਨੂੰ ਪਤਾ ਹੋਵੇ ਆਪਾਂ ਬਿੰਦੇ ਮਿਹਨਤੀ ਥੋੜ੍ਹਾ ਕਰਾਈ ਜਾਵਾਂਗੇ, ਕਿਉਂਕਿ ਜਿਹਨੂੰ ਆਦਤ ਪਈ ਉਹ ਛੱਪੜ ਵੱਢਣਾ ਉਹ ਹਰਦਾ ਨਹੀਂਗਾ, ਉਹਦਾ ਕੋਈ ਇਲਾਜ ਕਰਨਾ ਪੈਂਦਾ। ਆਪਾਂ ਇਲਾਜ ਵੀ ਕਰਨਾ ਹੈ, ਉੱਥੇ ਕੀ ਕਰਾਂਗੇ, ਆਪਾਂ ਦਰਖਤ ਲਾ ਦਿਆਂਗੇ। ਦਰਖਤ ਲਾਉਣ ਦੇ ਨਾਲ ਆਪਣਾ ਉੱਥੇ ਕਬਜ਼ਾ ਨਹੀਂ ਮੈਂਬਰ ਸਾਹਿਬ, ਉੱਥੇ ਆਪਾਂ ਨੂੰ ਕੋਈ ਉਹਦੇ ਤੇ ਕਬਜ਼ਾ ਨਹੀਂ ਕਰ ਸਕਦਾ, ਕਿਉਂਕਿ ਸਰਪੰਚ ਦੀ ਦਿਲੋਂ ਦਿਲਚਸਪੀ ਹੈ। ਅਸੀਂ ਦੇਖਦੇ ਹਾਂ ਸਾਡੇ ਕੋਲ ਨਿੱਤ ਕਿਹੜੇ ਮਾਰਦਾ ਕਿ ਮੇਰਾ ਕਰਾਓ ਜੀ ਕਰਾਓ, ਉਹਦੇ ਗਰਮ ਸਰਦ ਵੀ ਬੋਲਦਾ ਤੇ ਚਲੋ ਫੈਕਟਰੀ ਦਾ ਪਿਛਲੇ ਸਮੇਂ ਦੌਰਾਨ ਨਹੀਂ ਹਾਲ ਕੀਤੀ ਤੇ ਸੀ ਉਹ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਡਾ ਅਗਲਾ ਕੰਮ ਹੈ, ਜਿੰਨੇ ਸਾਡੇ ਘਰਾਂ ਦੇ ਵਿੱਚ ਕਾਗਜ਼ ਜਾਂ ਹੋਰ ਕੂੜੇ ਕਰਕਟ ਫਿਰਦੇ ਆ, ਮੈਂ ਅੱਜ ਆਪਦੇ ਪਿੰਡ ਅਨਾਉਂਸਮੈਂਟ ਕਰਕੇ ਆਇਆ ਹੁਣੇ, ਤੁਹਾਡੇ ਪਿੰਡ ਆਉਣ ਤੋਂ ਪਹਿਲਾਂ ਮੈਂ ਆਪਦੇ ਪਿੰਡ ਸਪੀਕਰ 'ਚ ਬੋਲ ਕੇ ਆਇਆ ਤੁਹਾਡੇ ਪਿੰਡ ਆਉਣ ਤੋਂ ਪਹਿਲਾਂ ਕਿ ਜਿਹੜੇ ਆਪਣੇ ਕਾਗਜ਼ ਹੈ, ਲਿਫਾਫੇ ਹੈ, ਇਹਨਾਂ ਨੂੰ ਕੂੜਾ ਸਿੱਟੋ, ਇਹਨੇ ਸਾਂਭ ਸੰਭਾਲ ਇਹਨਾਂ ਨੂੰ ਇਕੱਠੇ ਕਰ ਲਓ। ਅਸੀਂ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਬਣਾ ਰਹੇ ਹਾਂ, ਉਹ ਜਗਸੀਰ ਸਿੰਘ ਦੱਸਣਗੇ ਤੁਹਾਨੂੰ, ਉਹ ਬਣਾ ਰਹੇ ਹਾਂ। ਸਾਰਿਆਂ ਨੂੰ ਬਿਹਤਰ ਇਹ ਗੱਲ ਹੈ ਕਿ ਜੇ ਅਸੀਂ ਆਪਦਾ ਅੱਗਾ ਸਾਫ਼ ਕਰਾਂਗੇ
देखो इतों मैं आ दोनों मैंबर बैठे थोड़े बाहरले वार्ड के, मैं देखना भी जो भी उतों लैके बस अड्डे तक नाला कढ़ाते हैं, मैं नित लंघ देखदा कि सारे घर रल मिल के किसी तो 50 रुपये लो, किसी 30 ले, सारे रल मिल के वो आपदे नाले का मिट्टी पई होंदी कढ़ दिंदे आ ते पानी सप्लाई सही हो जाती है। आपां जे एक महीने के 50 रुपये दे देंगे तो अपना एरिया साफ रहे, कोई खास गल ठीक नहीं। मैं जो भरे पे आले को साफ करवा देंगे, पर नालियां दा साडा कोई गारंटी नहीं। नालियां दा बंदा जो पिंड च लग जाता, कोई आटा नहीं पाउंदा, पैसे तो देनी दूर ही गल। पानी थोड़ा है, थोड़े घरों उत्थे मिट्टी गई है नाली च, उतों लिफाफे सारा कुछ डिगे तो सरपंच तो नाली कस जाके साफ करके होगा, या पंचायत में तुम कहोगे थोड़े वार्ड का मैंबर वो करूँगा। ਆਪਾਂ ਨੂੰ ਆਪ ਦਾ ਅੱਗਾ ਆਪ ਦਾ ਬਾਹਰ ਸੋਹਣਾ, ਆਪਣਾ ਅੱਗਾ ਸਾਫ ਹੈ, ਕੋਈ ਨਹੀਂ ਬਹਿ ਜਾਣਗੇ ਮੈਂ ਦੇਖ ਲਿਓ। ਜੇ ਆਪਣਾ ਅੱਗਾ ਸਾਫ ਹੈ, ਜੇ ਆਪਣੇ ਘਰੇ ਆਪਾਂ ਘਰ ਆਪਣਾ, ਜੇ ਆਪਾਂ ਆਪਦਾ ਘਰ ਦੀ ਸਾਫ ਸਫਾਈ ਰੱਖਦੇ ਆ, तो बाहरला बंदा जावे वो कहे यार इतने सफाई बहुत परिवार ने बहुत वधिया परिवार है, किन्या परिवार है। जे थोड़े घरे जागे असी आप अपने घरों के ला लो, सारे थोड़े घरे कूड़ा खिलरा पिया होवे ते मक्खियां भड़की जांदियां होण, जे मेरे अगे चाह पीण नूं जी करदा होगा, अगला कोई चाह पी ला पी के जाए फैक्ट्री, मैं कहना यार मैं पीनी नहीं, मैं हुणे पी के आया, जी मेरा करदा ही पीण नूं, पर हालात देख के मैं जो मेरा पी लगन नूं तैयार। जे कह देईदा जे कह देईदा भी आह काम देखो सरपंच चलदे सारे पिंड दे वसनीक हो, ठीक नहीं। साडे भाग तुसीं भावें कोई एडा जवाब है, भावें कोई बजुर्ग है, सारे सरकार के हो गए। असीं देखिआ सानू भी सवाल जवाब कर दिंदे जिथों आए गल असीं तक तुसीं गल्लां घरे जा कर लिओ, पहले मेरी गल सुण लो, मैं तेरे पैसे नहीं आए थे है ना, हाँ तो तू गल्लां पहले करी जानी चुप कर, फिर मैं बोलने वेले तेन कह देना भी तू गल्लां मेरी गल इत्थे दस दे कि मैं की गया, तू बोलो ना कृपा करके बोलो ना, कमल जी बोलो, चुप कर कोई ना अद्धा घंटा चुप। ਆਪਾਂ ਨਰੇਗਾ ਨੂੰ ਪੂਰਾ ਪਾਰਦਰਸ਼ੀ ਢੰਗ ਨਾਲ ਚਲਾਉਣਾ ਹੈ, ਪੂਰਾ ਵਧੀਆ ਤਰੀਕੇ ਦੇ ਨਾਲ, ਜੋ ਬੰਦਾ ਆਵੇ ਉਹਦੀ ਹਾਜ਼ਰੀ ਲੱਗੇ, ਜੋ ਬੰਦਾ ਜਿਹਨੂੰ ਕੰਮ ਹੈ ਮੈਂ ਦੇਖਿਆ ਵੀ ਹਾਜ਼ਰੀ ਲਵਾਲੀ, ਮੈਂ ਜੀ ਘੰਟੇ ਨੂੰ ਆਉਣਾ, ਮੈਂ 2 ਨੂੰ ਆਉਣਾ, ਇਹ ਗੱਲਾਂ ਹੁਣ ਕੰਮ ਬਰਦਾਸ਼ਤ ਨੂੰ ਨਾ ਆਨਲਾਈਨ ਹਾਜ਼ਰੀ ਲੱਗਣ ਲੱਗ ਗਈ। ਇਹ ਗੱਲਾਂ ਦਾ ਚਲੋ ਕੋਈ ਗੱਲ ਨਹੀਂ, ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ, ਰੱਬ ਨਾ ਕਰੇ ਕੋਈ ਇਹੋ ਜਿਹੀ ਗੱਲ ਬਣ ਜਾਂਦੀ ਹੈ, ਤੇ ਫਿਰ ਤਾਂ ਚਲੋ ਆਪਾਂ करना ही करना, तो जाने पैदा। दूसरी गल अभी छप्पड़ आहा जो होता है घर को अभी जोर ला ला के हंब के सारे बंदे कहे भी भाई 2 बंदे नरेगा हम दे दो, असं उन्होंने मास्टर खड़ा देते हैं छप्पड़ बेटा, सानू जी एक बंदे ने भी ऐ नहीं कहा भी मेरा घराओ जी मैं चला, एक भी बंदे थोड़े कहा जब थोनू पैसे मिलने हैं, अब बुढ़िया के बाजार छप्पड़ वड़ नहीं सकती, मैं बंदा की गल कर, जो मैं उत्थे देखिया जो मास्टर निकले फिर बंदे जी जो आते नहीं गए वो भी आते हैं। हम सरपंच ने दसिया दोनों भी कल फिर छप्पड़ में वड़ के उत्थे पानी चालू नहीं कराया, और थोड़ी खातरी है हम इतने क्यों है, मैं इतने तो यह गल है जी सानू तो काम चाहिए, जे काम सरपंच साहब तो नहीं जो दिन लंघ जाते हैं फिर साढ़े जाके फिर जी काम नहीं दिंदे, धरना ला दी। हुण थोड़े कोले धरना लाउण दा बहाना छड्डे ही नहीं, तुसीं धरना लाओगे साडे कोले जवाब आ, साडे कोले तो जवाब है, असीं उहदा जवाब 2 मिनट दे देंगे, वो 100 बंदा जा असीं कहांगे जे ग्राम सभा दे इजलास कह भी पानी छप्पड़ दा कट्टण वास्ते बंदे दो, सरपंच साहब आप चल चले 8-9 लाख रुपये पिछले खोडा गया है, घाटा पै गया, अपन काम नहीं चल सके। पास ही वो काम अपना गया सारा, मैं थोड़ी एक वधेरे की होर गल सुनी है, मैं पहला कहना हूं कि तुहाडी जिहड़ी पंचायत बैठी है, सरपंच है, मैंबर साहबान है, तुसीं
सारे का सत्कार करना है, क्योंकि थोड़े पिंड के चुने हुए नुमाइंदे है कि आप सारे ने जो काम थोड़ा होना है सरपंच साहब के दस्तखतां के हेठ होंदा है, इन्हां ने मास्टर बना के देना, सारा कुछ जगजीत सिंह दसूगा भी आप सारे रल मिल के रहना। ठीक है, एक तुसीं जिहड़ा थोड़े बच्चे मन तो दूर कर दो गल, सारी पंचायत बैठी हो सारे सामने कहना, कोई बंदा ये गल ना चल के चले भी मैं तो जी आ है नहीं, मैं तो आ ही रखूंगा, ये गल नहीं किसी मन च। ये कर दो गल्लां, ये कर दो, पंचायत बैठी है, ये कर दो गल्लां। मैं तुहानूं कहता जिथे साडा कसूर है असीं तुहानूं कोई गल कहने हैं, तुसीं कहो भी आह गल तां हो नहीं सकदी, ये गल आए थोड़ी गल ते भी असर कराए, इहनूं भी जिहड़ा गल्लां मैं कहदियां सारियां कट्टियां थोड़ियां गल्लां भी साडे काम आ सकदियां। कई बुढ़ियां इहो जिहियां बेचारियां वो भावें काम ते लिखियां रहिंदियां, मैं इहो जिहियां बुढ़ियां दे नां लै सकदा है जिहड़े मैनूं 7-8 साल हो गए चाहुंदे नूं भी अज तक उच्चा ना नीवा बोल गए। चंगा ने काम की होंदा है बई गल तां मैं कही है रूप सिंह नूं, गल मैं कही है रूप सिंह नूं, इहदा लिखना भी रूप नूं गल कही है, इहदा मैनूं कही है जी, दसो की ला जांदा। दूजे पासे घुमा के ओही सिੱਟਦੇ नहीं, घुमाउण वाली गल्लां नहीं ਚੱਲਣੀਆਂ होणगीਆਂ ना अज दिन ना कल दिन पंचायत ना नहीं ਚੱਲਣ देणीਆਂ। हुण तुहाडी मैं तुहाडी पंचायत नूं जिहड़ी आमदन आपां नूं होई है वो अपनी 29,93,95 रुपये अपनी पंचायत नूं सरकार वालों ग्रांट आई है। जिहड़े फुटकर खाती है वो 69,594 रुपये, जिहड़ा कुल जोड़ है वो 29,78,899 रुपये अपन कुल आमदन हुई है। पिछले साल का मेरा बकाया है अपना, पिछले साल यानी 31/3 तो पिछले साल का बकाया, पिछले साल की मैं गल कर रहे हैं 36,33,070 रुपये जी अपन आमदन हुई थी वो 29,70,999 रुपये हुई थी। जी कुल अपन आमदन हुई है हुण तक कुल आप 66,12,059 रुपये अपन आमदन। मैं ये पिछों जी मैं चीज़ बोली मैं किसी उठा के पुछ सकदा भी मैं की बोलिया, मैं किसी ने बैठे ना साढ़े बुजुर्ग भी बैठे है, मैं किसी सद के पुछ सकदा दसो जी आमदन कितनी हुई है। मेरे कहीं पूरा होना ध्यान मेरे कहीं होना चाहिए की है। जिहड़ा अपना खर्चा होया वो 46,48,050 रुपये होया ते पंचायत को जिहड़ा हुण पैसे पए है 19,64,009 रुपये जिहड़े पंचायत के खाते हुण अपने कोल हैगे आ, जिहड़े अगले काम करने। जिहड़ा खर्चा होया वो अपना सुन लो कितना होया। धर्मशाला ते डिस्पेंसरी से जिहड़ी आपां धर्मशाला बनाई आ इधर खैदो वाले राह ते डिस्पेंसरी बनाई है वो तो 16,24,690 रुपये खर्चा होया ते गलियां नालियां ते अपने खर्चा होया 30,23,360 रुपये। कुल खर्चा जिहड़ा अपना होया वो 46,48,050 रुपये खर्चा होया। ठीक है कि नहीं? अपने पिंड च इन्ना खर्चा है मीना दसी अपने पिंड कुल ग्रांट कितनी आई है हुण तक दसी। मैं जी ग्रांट बोली अपने को कुल आमदन कितनी पई जाओ जिहड़े मैं बोले भी कुल अपने को ग्रांट कितनी है तुसीं मैडम दसो जी अपन कुल आमदन कितनी है जी 19,64,009 रुपये। ठीक है कि नहीं? हुण मैं दोबारे फिर बोलदा फिर मैं जाके पूछना हुण जिहड़ी अपन नूं आमदन होई है सारे सुन लो मैं किसी मर्जी पुछ ला कौन दसो ही तो चले जाओ जी झोना लाउणा जिथे जाओ जिथे लाउणा जाओ। ਇਹ ਸਾਡੇ ਲਈ ਬਹੁਤ ਜ਼ਰੂਰੀ ਯਾਰ। ਰੁਪਈਆ 66 ਲੱਖ ਹੋ ਗਿਆ ਉਹਦਾ ਹਿਸਾਬ ਦੇਣ ਲਈ ਬੈਠੇ ਇੱਥੇ ਲੋਕਾਂ ਨੂੰ
ਤੇ ਹਰੇਕ ਦਾ ਹੀ ਜਵਾਬ ਦੇ ਜਿਹੜਾ ਮੂਹਰੇ ਬੋਲੂਗਾ। ਜਿਹੜੇ ਝੋਨਾ ਲਾਉਣਾ ਨੋ ਪ੍ਰੋਬਲਮ ਉਹ ਜਾ ਸਕਦਾ ਜੀ। ਇਹ ਜ਼ਰੂਰੀ ਬੇਨਤੀਆਂ ਸਾਡੀਆਂ। ਅਸੀਂ ਤੁਹਾਨੂੰ ਮੰਗਿਆ ਵੀ ਅੱਧਾ ਘੰਟਾ ਹੀ ਘੰਟਾ ਲਵਾਂਗੇ ਤੁਹਾਡਾ, ਕੰਮੇ ਨਾਲ ਬੈਠੇ ਰਹੋ। ਹਾਂ ਕੱਲ ਨੂੰ ਦੇਖੋ ਅਸੀਂ ਇਹ ਨਹੀਂ ਚਾਹੁੰਦੇ ਮੈਂ ਮੋੜਾਂ ਤੇ ਖੜ ਕੇ ਤੁਸੀਂ ਗੱਲ ਕਰੋ ਪੰਚਾਇਤ ਖਾ ਗਈ ਪੈਸਾ। ਇੱਥੇ ਬੈਠੇ ਆ ਹੁਣ ਸਾਹਮਣੇ ਬੈਠਾ, ਜਿਹਨੂੰ ਕਿਸੇ ਨੂੰ ਡਾਊਟ ਆ ਸਾਨੂੰ ਸਵਾਲ ਕਰ ਸਕਦਾ, ਮੈਂ ਜਵਾਬ ਦੇ ਆ ਜੀ। ਆ ਮੇਰੇ ਮੈਂਬਰ ਆ ਇਹ ਸਾਈਨ ਕਰਦੇ ਆ ਨਾਲ ਇਹ ਵੀ ਆ, ਮੈਂ ਜਵਾਬ ਦੇ ਬੈਠਾ ਤੁਹਾਡੇ ਕੋਲ। ਜਿਹਨੂੰ ਕੋਈ ਡਾਊਟ ਆ ਮੈਨੂੰ ਸਵਾਲ ਜਵਾਬ ਕਰ ਸਕਦਾ। ਪਰ ਇੱਕ ਕਲੀਅਰ ਗੱਲ ਮੈਂ ਇਹ ਵੀ ਕਹਿ ਦਿੰਦੀ ਆ, ਠੀਕ ਹੈ ਨਾ, ਹੁਣ ਸਾਰੀ ਪੰਚਾਇਤ ਸਾਰੇ ਪਿੰਡ ਦੇ ਲੋਕ ਬੈਠੇ ਆ, ਇਹ ਇਹਨਾਂ ਦੇ ਵਿੱਚ ਕਿਸੇ ਬੰਦਿਆਂ ਨੇ ਆਏ ਕਿਹਾ ਸੀ ਵੀ ਕਾਮਾਂ ਵਾਲੀ ਪੰਚਾਇਤ ਆ, ਪਰ ਉਹ ਕਾਮਾਂ ਵਾਲੀ ਪੰਚਾਇਤ ਨੂੰ ਹੁਣ ਅੱਜ ਦੱਸ ਦਿੰਦੇ ਆ ਵੀ ਕੀ ਖਰਚਾ ਹੋਇਆ, ਕੀ ਆਮਦਨ ਹੋਈ ਆ। ਤੁਹਾਨੂੰ ਡਿਟੇਲ ਪਤਾ ਲੱਗ ਗਿਆ 66 ਲੱਖ ਰੁਪਇਆ ਲਗਭਗ। ਠੀਕ ਆ, ਉਹ ਬੰਦੇ ਵੀ ਜਿਨ੍ਹਾਂ ਨੇ ਕਿਹਾ ਵੀ ਕਾਮਾਂ ਵਾਲੀ ਪੰਚਾਇਤ ਆ, ਉਹ ਬੰਦੇ ਜਨਾਨੀਆਂ ਨਾਲ ਵੀ ਭੈੜੇ। ਠੀਕ ਆ, ਉਹ ਸਾਡੇ ਕੋਲੇ ਗੱਲ ਆ ਗਈ ਆ ਚੁੱਕੀ ਆ ਹੁਣ ਤੁਸੀਂ। ਠੀਕ ਹੈ ਹਾਂ, ਇਸੇ ਕਰਕੇ ਹਿਸਾਬ ਕਿਤਾਬ ਅੱਜ ਆਪਾਂ ਰੱਖ ਰਹੇ ਆ। ਇਹ ਹੁਣ ਮੇਰੀ ਗੱਲ ਸੁਣੋ, ਤੁਹਾਨੂੰ ਠੀਕ ਹੈ ਤਾਂ ਅਕਸਰ ਪਿੰਡ ਦੇ ਸਾਰੇ ਰੱਖੇ ਹੈਗੇ ਆ। ਇਹਦਾ ਉਹ ਬੰਦੇ ਮਤਲਬ ਨਾਲੇ ਉਹਨਾਂ ਦੇ ਇੱਕ ਮਿੰਟ ਬੋਲਿਓ ਨਾ ਮਾਰਾ। ਉਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ, ਜਿੰਨਾ ਬੰਦਿਆਂ ਨੇ ਕਿਹਾ ਉਹਨਾਂ ਨੂੰ ਆਪ ਹੀ ਪਤਾ ਲੱਗ ਜੂ ਵੀ ਅਸੀਂ ਕਿਵੇਂ ਕਿਹਾ, ਕਿਵੇਂ ਬੋਲੇ, ਵੀ ਕਾਮਾਂ ਵਾਲੀ ਪੰਚਾਇਤ ਕੀ ਹੁੰਦੀ ਆ। ਠੀਕ ਆ, ਅਕਸਰ ਅਸੀਂ ਵੀ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚੇ ਆ। ਉਹਨਾਂ ਜਿਹਨਾਂ ਨੇ ਕਿਹਾ ਉਹਨਾਂ ਵਰਗੇ ਬੱਚਿਆਂ ਨੂੰ ਪੜ੍ਹਾ ਕੇ ਇੱਥੋਂ ਤੱਕ ਪਹੁੰਚੇ ਆ। ਠੀਕ ਆ, ਸਾਨੂੰ ਰਾਈ ਦਾ ਪਤਾ, ਪਿੰਡ ਦਾ ਸਾਰਾ ਦਾ ਪਤਾ। ਅੱਜ ਇੱਥੇ 45 ਸਾਲ ਹੋ ਗਏ ਆਇਆਂ ਨੂੰ। ਚਾਹੁੰਦੇ ਕੱਲ ਨੂੰ ਉਹੀ ਲੋਕ ਕਹਿਣਗੇ ਇਹ ਪੰਚਾਇਤ ਖਾ ਗਈ। ਅਸੀਂ ਇੱਕ ਉਹਦੇ ਜਿਹਦੇ ਪੰਚਾਇਤ ਬਣੀ ਸੀ, ਅਸੀਂ ਕਿਹਾ ਸੀ ਸਾਡੇ ਕੋਲ 10 ਰੁਪਏ ਲੱਗ ਜਾਣ, ਪਰ ਅਸੀਂ 10 ਰੁਪਏ ਖਾ ਨਹੀਂ ਸਕਦੇ। ਇੱਕ ਚੀਜ਼ ਹੋਣਾ, ਤੁਸੀਂ ਐ ਨਾ ਸੋਚੋ ਕਿ ਤੁਸੀਂ ਨਰੇਗਾ ਵਾਲੇ ਤੁਸੀਂ ਗ੍ਰਾਮ ਸਭਾ ਦੇ ਮੈਂਬਰ ਆ, ਉਹਦਾ ਹੱਕ ਆ। ਠੀਕ ਆ, ਤੁਸੀਂ ਕੱਲੀ ਇਹ ਨਾ ਸੋਚੋ ਕਿ ਤੁਸੀਂ ਨਰੇਗਾ ਲਈ ਬੈਠੇ ਆ, ਜਾਂ ਸਿਰਫ ਇਹ ਆ ਵੀ ਅਸੀਂ ਕੰਮ ਲਈ ਝੂਠੇ ਲਾਉਣਾ ਆ। ਹੱਕਦਾਰ ਆ ਤੁਸੀਂ। ਹਰੇਕ ਬੰਦਾ ਉਹਦਾ ਹੱਕ ਆ ਗ੍ਰਾਂਟ ਤੇ, ਉਹਦੇ ਲਈ ਪੈਸਾ ਲੱਗੇ ਆਇਆ ਉਹਦੇ ਲਈ। ਸਰਪੰਚ ਸਾਹਿਬ ਮੈਂਬਰ ਸਾਹਿਬ ਨੇ ਗੱਲ ਦੱਸੀ, ਮੈਂ ਦੱਸਦੀਆਂ, ਫਿਰ ਤੁਹਾਨੂੰ ਪੁੱਛਾਂਗੇ ਤੇ ਮੈਂਬਰ ਸਾਹਿਬ ਦੇ ਲੋਕ ਆਏ ਕਹਿੰਦੇ ਆ, ਫਿਰ ਤੁਹਾਨੂੰ ਪੁੱਛਾਂਗੇ ਕਿ ਤੁਹਾਨੂੰ ਕੋਈ ਕੀ ਪ੍ਰੋਬਲਮ ਹੈ, ਫਿਰ ਤੁਹਾਡੇ ਹਿਸਾਬ ਨਾਲ ਅਸੀਂ ਮਸਲਾ ਹੱਲ ਕਰਾਂਗੇ। ਜੇ ਕਿ ਨਹੀਂ ਉਹਦੇ ਆਪਾਂ ਕੰਮ ਤਾਂ ਜ਼ਿੰਦਗੀ 'ਚ ਕਰਦੇ ਹੀ ਰਹਿਣਾ ਤੇ ਕੋਈ ਇਹਦਾ ਨਹੀਂ ਕਿ ਆਪਾਂ ਕੋਈ ਸਿੱਖਣ ਨੂੰ ਵੀ ਸਿੱਖਣਾ ਵੀ ਹੈਗਾ। ਦੂਸਰੀ ਗੱਲ ਇਹ ਹੈ ਵੀ ਤੁਹਾਡੇ ਪਿੰਡ ਦੇ ਅੰਮ੍ਰਿਤ ਸਰੋਵਰ ਇੱਕ ਸਰਕਾਰ ਦੀ ਨਵੀਂ ਸਕੀਮ ਆਈ ਹੈ, ਉਹ ਜਗਸੀਰ ਸਿੰਘ ਦੱਸਣਗੇ। ਦੂਸਰਾ ਇਹ ਗੱਲ ਹੈ ਵੀ ਅਸੀਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸਾਰਿਆਂ ਦੇ ਸੁਝਾਅ ਲੈ ਕੇ ਅਗਲੇ ਸਾਲ ਵਾਸਤੇ ਅਸੀਂ ਤੁਹਾਨੂੰ ਕੰਮ ਪੁੱਛਾਂ ਕਿਹੜੇ ਕਿਹੜੇ ਹੋਣ ਵਾਲੇ ਆ। ਤੁਸੀਂ 10 ਕੰਮ ਲਿਖਾ ਦਿਓ, ਤੁਸੀਂ 15 ਲਿਖਾ ਦਿਓ, ਫਿਰ ਤੁਹਾਡੀ ਸਾਰਿਆਂ ਦੀ ਰਾਏ ਦੇ ਨਾਲ ਉਹ ਲਿਖਾ ਕੇ ਜਾਇਓ। ਜਿਹਨੇ ਕੋਈ ਕੰਮ ਕਰਾਉਣਾ, ਕੋਈ ਗਲੀ ਦਾ, ਕੋਈ ਨਾਲੀ ਦਾ, ਉਹ ਸਾਨੂੰ ਇੱਥੇ ਕੋਈ ਲਿਖਾ ਜਾਇਓ। ਹੁਣ ਉਹ ਕਹੂਗਾ ਉਹ ਹਾਂ ਨਹੀਂ ਕੋਈ ਕੋਈ ਨਾ ਲਿਖਾ ਦਿਓ। ਵੀ ਗੱਲ ਸੁਣੋ ਜੀ, ਗੱਲ ਸੁਣੋ, ਅਸੀਂ ਸਾਰਿਆਂ ਨੇ ਕੰਮ ਲਿਖ ਕੇ ਭਾਈ ਮੇਰੀ ਗੱਲਾਂ ਕਰ ਲਓ ਜੀ। ਗੱਲ ਸੁਣੋ, ਅਸੀਂ ਸਾਰਿਆਂ ਨੇ ਕੰਮ ਲਿਖ ਕੇ ਤੁਹਾਡੀ ਸਹਿਮਤੀ ਦੇ ਨਾਲ 2 ਕੰਮ ਲੈਣੇ ਆ, ਜਿਹੜੇ ਅਸੀਂ ਪਹਿਲ ਦੇ ਆਧਾਰ ਤੇ ਕਰਨੇ ਆ। ਜਿਹੜੇ ਤੁਸੀਂ ਸਾਰੇ ਜਣੇ ਕਹੋਗੇ ਵੀ ਆਹ ਕੰਮ ਸਾਡੇ ਪਹਿਲ ਦੇ ਆਧਾਰ ਤੇ ਹੋਣ ਵਾਲੇ ਆ, ਉਹ ਕੰਮ ਕਰਾਂਗੇ। ਅਸੀਂ ਵਧੇ ਕੇ ਪਿੰਡ ਨੂੰ ਜਿੰਨਾ ਵੀ ਸਾਡਾ ਮੁਲਾਜ਼ਮ ਤਬਕਾ ਹੈ, ਅਸੀਂ ਦਿਲੋਂ ਇਹ ਚਾਹੁੰਦੇ ਆ ਵੀ ਇਹ ਬਹੁਤ ਵੱਡਾ ਇਤਿਹਾਸਕ ਪਿੰਡ ਹੈ। ਸਾਡਾ ਵੀ ਥੋੜਾ ਬਹੁਤਾ ਜਿੰਨਾ ਯੋਗਦਾਨ ਪਾ ਸਕਦੇ, ਸਾਡਾ ਯੋਗਦਾਨ ਪੈ ਜੇ। ਆਪਣੇ ਪਿੰਡ ਦੇ ਵਿੱਚ ਇਹਨੂੰ ਵਧੀਆ ਸੁੰਦਰ ਪਿੰਡ ਬਣਾਉਣਾ ਹੈ। ਮੈਂ ਜਗਸੀਰ ਸਿੰਘ ਨੂੰ ਕਹਿੰਦਾ ਵੀ ਜਦੋਂ ਵੀ ਨਰੇਗਾ ਦਾ ਇੱਥੇ ਕੰਮ ਚੱਲਦਾ ਹੈ, ਅਸੀਂ ਪਿੰਡ ਦਾ ਕੰਮ ਕਰਾ ਨਹੀਂ ਸਕਦੇ, ਪਿੰਡ ਦੀ ਮਦਦ ਨਹੀਂ ਕਰਾਂਗੇ। ਆਜੋ ਆਲੂ ਬੱਤੀ ਆ ਗਿਆ, ਪਹਿਲੇ ਬਹੁਤ ਸਰੀਆਂ ਹੈ ਆਪਣੇ ਆ ਜਾਓ। ਆਜੋ ਜੀ, ਆਜੋ ਜੀ, ਗੱਲਬਾਤ ਕਰਦੇ ਮੈਂ ਤਾਂ ਮੈਨੂੰ ਬੋਲ ਉਹ ਜਿਹੜੀ ਬਾਤ ਆ ਜਾਓ। ਇੱਕ ਮਿੰਟ ਮੈਨੂੰ ਲਾ ਦੇ 2 ਮਿੰਟ ਹੈ। ਫਿਰ ਗੱਲ ਸੁਣੇਗੀ, ਆਪਾਂ ਇੱਧਰ ਉੱਧਰ ਜਾ ਕੇ ਕਹਿੰਦੇ ਸਾਡੇ ਪਿੰਡ ਦੇ ਵਿੱਚ ਕਿੰਨਾ ਪੈਸਾ ਆਇਆ। ਮੈਂ ਜਗਸੀਰ ਨੂੰ ਕਿਹਾ ਵੀ ਇੱਕ ਵਾਰੀ ਦੁਬਾਰੇ ਫੇਰ ਦੱਸ ਦੇ।
ਹੁਣ ਇਹ ਦੱਸੂਗਾ ਕਿੰਨਾ ਆਪਾਂ ਨੂੰ ਖਰਚਾ ਆਇਆ। ਤੁਹਾਨੂੰ ਇਕੱਲੇ ਇਕੱਲੇ ਨੂੰ ਪਤਾ ਹੋਣਾ ਚਾਹੀਦਾ ਕਿੰਨਾ ਹੈ। ਅਸੀਂ ਤੁਹਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਯੋਜਨਾ ਵਾ ਉਹ ਕੰਮ, ਜਿਵੇਂ ਤੁਹਾਡੇ ਪਿੰਡ ਦੀ ਧਰਮਸ਼ਾਲਾ ਸੀਗੀ, ਮੇਨ ਸਮੱਸਿਆ ਸੀ ਸੈਦੋ ਛੱਡ ਸੀ, ਜਾਨੀ ਉੱਥੇ ਕੋਈ ਬਹਿਣ ਨੂੰ ਜੀ ਨਹੀਂ। ਅੱਜ ਉਹ ਭਾਵੇਂ ਨੂੰ ਪੈਸੇ ਦੇ ਤੌਰ ਤੇ ਵਰਤ ਗਿਆ। ਉਧਰ ਡਿਸਪੈਂਸਰੀ ਸੀ, ਕਿੰਨਾ ਸੋਹਣਾ ਕੰਮ ਹੋ ਗਿਆ ਕਿ ਦੋ ਕੰਮ ਹੋ ਗਏ ਕਿ ਨਹੀਂ। ਜਾਨੀ ਜਿਵੇਂ ਇੱਧਰ ਬੋਰ ਹੋ ਗਏ ਪਾਣੀ ਵਾਸਤੇ, ਬੋਰ ਮੈਂ ਸਿੱਖਾਂ ਦੇ ਇੱਕ ਇੱਧਰ ਬੋਰ ਕਰਤਾ, ਇੱਥੇ ਆਂਗੋਲੇ ਕਰਤਾ। ਅਸੀਂ ਪੰਚਾਇਤ ਦੀ ਨੇਤਰ ਇਹ ਹੈ ਕਿ ਸਾਨੂੰ ਸਾਰਾ ਪਿੰਡ ਇੱਕੋ ਜਿਹਾ, ਅਸੀਂ ਸਹੀ ਤਰੀਕੇ ਨਾਲ ਕੰਮ ਕਰਨਾ ਹੈ। ਸਾਡੇ ਪਿੰਡ ਨੂੰ ਉਂਗਲ ਲੱਗਾ, ਠੀਕ ਹੈ। ਜੇ ਤੁਹਾਨੂੰ ਕੋਈ ਸਮੱਸਿਆ ਹੈ, ਸਰਪੰਚ ਬੈਠਾ ਹੈ तो ਦੱਸੋ ਯਾਰ ਆਹ ਸਮੱਸਿਆ ਹੈ, ਆਪੇ ਹੱਲ ਕਰਨਗੇ। ਸਾਰੀ ਪੰਚਾਇਤ ਬੈਠੀ ਹੈ, ਮੈਂ ਬੋਲ ਦੇ ਕਰਦੀ ਆ। ਮੈਂ ਤੁਹਾਨੂੰ ਕੇ ਦੁਆਰੇ ਪੈਸੇ ਤੁਹਾਨੂੰ ਕਿੰਨੇ ਆਏ ਜਸਵੀਰ ਚੁੱਪ ਕਰ ਜਾ, ਤੂੰ ਹੋ ਉੱਠ ਕੇ ਉੱਥੇ ਜਾਊਗਾ, ਚੁੱਪ ਕਰ ਜਾ। ਇਹ ਆਪਣਾ ਨਾ ਪਿਛਲੇ ਸਾਲ ਦਾ ਸਾਰਾ ਜਿਹੜਾ ਆਪਣੇ ਪਿਛਲੇ ਸਾਲ ਦਾ ਪ੍ਰੋਗਰਾਮ ਆਈਆਂ ਕੋਈ ਹਿਸਾਬ ਕਿਤਾਬ ਆ ਜਿੰਨਾ ਵੀ ਦਿਮਾਗ ਦਾ ਹਾਂ ਇਹ ਹੈਗਾ ਨੀਚੇ ਵੀ ਰੱਖ ਆ ਗੋਮਰੇ ਭਾਈ ਜੀ। ਆਮਦਨ ਜਿਹੜੀ ਹੋਈ ਆਪਾਂ ਨੂੰ ਪਿਛਲੇ ਸਾਲ 29,93,95 ਰੁਪਏ ਟੋਟਲ। ਉਹ ਟੋਟਲ ਜਿਹੜੀ ਕਿ ਆਮਦਨ ਹੋਈ ਆ ਉਹ ਹੈਗੀ 69,594 ਰੁਪਏ। ਜਿਹੜਾ ਟੋਟਲ ਇਹਦਾ ਜੋੜ ਬਣ ਗਿਆ ਉਹ 29,78,993 ਰੁਪਏ ਬਣ ਗਿਆ। ਉਸ ਤੋਂ ਬਾਅਦ ਆਪਣੇ ਕੋਲ ਪਿਛਲੇ ਸਾਲ ਦਾ ਜਿਹੜਾ ਬਕਾਇਆ ਪਿਆ ਸੀਗਾ ਉਹ ਸੀਗਾ ਟੋਟਲ 36,33,070 ਰੁਪਏ। ਫਿਰ ਉਹਦੇ ਵਿੱਚ ਆਮਦਨ ਹੋਈ ਜਿਹੜੀ ਆਪਣੀ ਜਿਹੜੀ ਮੈਂ ਪਹਿਲਾਂ ਬੋਲ ਕੇ ਹਟਿਆ 29,78,999 ਰੁਪਏ ਉਹ ਜੁੜ ਕੇ ਉਹ ਤਾਂ ਆਮਦਨ ਹੋ ਗਈ ਆਪਣੀ 66,12,059 ਰੁਪਏ। ਉਹਦੇ ਵਿੱਚ ਖਰਚਾ ਹੋਇਆ 40,48,050 ਰੁਪਏ ਤੇ 3 ਤਰੀਕ ਆਪਣੇ ਤੀਜੇ ਮਹੀਨੇ ਦੀ 31 ਤਰੀਕ ਤੱਕ ਆਪਣੇ ਕੋਲ ਬਕਾਇਆ ਜਿਹੜਾ ਰਹਿੰਦਾ ਸੀ ਉਹ ਆਪਣੇ ਕੋਲ ਬਚਿਆ 19,64,009 ਰੁਪਏ। ਇਹ ਆਪਣੇ ਖਾਤੇ 'ਚ ਪਏ ਆ, ਇਹ ਖਾਤੇ 'ਚ ਆਪਣੇ ਪਏ ਆ। ਇਹਦੇ ਵਿੱਚ ਇੱਕ ਖਰਚਾ ਰਹਿ ਗਿਆ ਜੋ ਥੱਲੇ ਲਿਖੀ ਵੀ ਹੈ ਖਰਚਾ ਉਹਦਾ ਖਰਚਾ ਧਰਮਸ਼ਾਲਾ ਤੇ ਡਿਸਪੈਂਸਰੀ ਦਾ ਸਾਂਝਾ ਖਰਚਾ। ਇਹਦਾ ਦੋਜਵਕ ਲਈ ਧਰਮਸ਼ਾਲਾ ਪਲੱਸ ਡਿਸਪੈਂਸਰੀ ਉਹਤੇ ਲੱਗਿਆ 16,24,690 ਰੁਪਏ। ਜਿਹੜੀਆਂ ਆਪਣੀਆਂ ਗਲੀਆਂ ਨਾਲੀਆਂ ਬਣਾਈਆਂ ਇੰਟਰਲੌਕ ਲਾਈਆਂ, ਜਿਵੇਂ ਸੈਦੋ ਇੱਥੋਂ ਲਾ ਕੇ ਉੱਥੇ ਤੱਕ ਇੰਟਰਲੌਕ ਲਾਈਆਂ, ਹੋਰ ਵੀ ਗਲੀਆਂ ਬਣਾਈਆਂ ਨਾਲੀਆਂ ਬਣਾਈਆਂ, ਉਹਨਾਂ ਤੇ ਖਰਚਾ ਹੋਇਆ ਟੋਟਲ 30,23,360 ਰੁਪਏ। ਕੁੱਲ ਖਰਚਾ ਬਣ ਗਿਆ 46,48,050 ਰੁਪਏ। ਇਹ ਆਪਣਾ ਯਾਨੀ ਕਿ ਜਿਹੜੀ ਆਪਣੀ ਕੈਸ਼ ਬੁੱਕ ਹੁੰਦੀ ਆ ਪੰਚਾਇਤ ਇਹਦਾ ਖਰਚਾ ਲੇਖਾ ਜੋਖਾ ਇਹ ਸਾਰਾ ਇੰਨਾ ਬਣਿਆ। ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਖਰਚਾ ਹੋਇਆ ਕਿਹੜੀ ਗਲੀ ਤੇ ਕੀ ਸਿਸਟਮ ਡਿਸਪੈਂਸਰੀ ਕੀ ਕੁਝ ਲੱਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿੰਨੇ ਪੈਸੇ ਆਏ ਸੀ, ਕਿੰਨੇ ਖਰਚ ਹੋ ਗਏ, ਲੱਗ ਗਿਆ ਪਤਾ। ਉਹ ਠੀਕ ਗੱਲ ਸੁਣੋ, ਸਰਪੰਚ ਸਾਹਿਬ ਸਾਰੀ ਦੱਸ ਦੇਣਗੇ। ਸਰਪੰਚ ਸਾਹਿਬ ਡਿਟੇਲ ਦੱਸਣਗੇ। ਉਹ ਕੋਈ ਨਾ ਕਰਦੇ ਹੁਣ ਮੰਨ ਕੇ ਚੱਲੋ ਲਗਭਗ 66 ਲੱਖ ਰੁਪਇਆ ਆਪਣੇ ਕੋਲ, ਚਲੋ 19 ਵੀ ਵਿੱਚੇ ਹੀ ਰੱਖੋ, ਆਪਾਂ ਖਰਚ ਨਹੀਂ ਆ ਕੁਝ ਸਾਡੇ ਬਿੱਲ ਰਹਿੰਦੇ ਉੱਧਰ ਹੋ ਜਾਣੇ। ਹੁਣ ਮੈਂ 66 ਲੱਖ ਰੁਪਇਆ ਆਇਆ ਜੀ ਆਪਣੇ ਕੋਲ 3 ਸਾਲ ਤੇ ਮੰਨ ਲਓ 6 ਮਹੀਨੇ 3.5 ਸਾਲਾਂ ਦਾ ਸਾਡਾ ਕਾਰਜਕਾਲ ਹੋ ਗਿਆ। ਉਹਦੇ ਵਿੱਚ ਤੁਸੀਂ ਕੰਮ ਵੇਖੋ ਪੰਚਾਇਤ ਨੇ ਕੀਤੇ ਸਾਰੇ। ਜਿਹੜੀ ਆਹ ਚੀਜ਼ ਮੈਂ ਦੱਸਣ ਲੱਗਿਆ ਨਾ ਇਹ ਪਲੀਜ਼ ਧਿਆਨ ਨਾਲ ਸੁਣਿਓ ਕੱਲ ਨੂੰ, ਕਿਉਂਕਿ ਫਿਰ ਹੋ ਜਾਂਦਾ ਮੈਂ ਤੁਹਾਨੂੰ ਕੰਮ ਦੱਸੂ ਵੀ ਪੰਚਾਇਤ ਨੇ ਕੰਮ ਕਿੰਨੇ ਕੀਤੇ। ਸਿਰਫ 66 ਲੱਖ ਰੁਪਏ ਦੇ ਵਿੱਚ ਇੱਕ ਕੋਠੀ ਪਾਉਣ ਲੱਗ ਜੇ ਨਾ ਘਰ, ਉਹਦੇ ਤੁਹਾਨੂੰ ਪਤਾ ਕਿੰਨਾ ਰੁਪਈਆ ਲੱਗ ਜਾਂਦਾ, 25-30 ਲੱਖ ਰੁਪਈਆ ਲੱਗ ਜਾਂਦਾ। ਤੇ ਅਸੀਂ ਹੁਣ ਜਿਹੜੇ ਕੰਮ ਕੀਤੇ ਉਹ ਤੁਹਾਨੂੰ ਮੈਂ ਦੱਸਣ ਲੱਗਿਆ ਇੱਕ ਇੱਕ ਕਰਕੇ, ਤੇ ਸੁਣੀ ਚਲੋ ਪਲੀਜ਼ ਬੋਲਿਓ ਨਾ। ਸਟਾਰਟਿੰਗ ਕੰਮ ਕੀਤਾ ਸੀਗਾ ਸ਼ੁਰੂ 'ਚ ਜਦੋਂ ਨੌਜਵਾਨ ਸਭਾ ਦਾ ਮੇਰਾ ਅੱਡ ਬਜਟ ਲਿਖਿਆ ਵਾ ਜੀ, ਜਿਹੜੇ ਨੌਜਵਾਨ ਸਭਾ ਦਾ ਮੈਂ ਹੀ ਰਹਿ ਗਿਆ ਸੀ ਮੇਨ, ਮੇਰੇ ਨਾਲ ਸਾਰੇ ਮੁੰਡੇ ਸੀਗੇ, ਉਹ ਪੈਸੇ ਮੇਰੇ ਅੱਡ ਲਿਖੇ ਵੇ ਆ, ਉਹ ਵੀ ਮੈਂ ਤੁਹਾਨੂੰ ਦੱਸੂਗਾ। ਪਹਿਲਾਂ ਮੈਂ ਹੁਣ ਪੰਚਾਇਤ ਦੇ ਕੰਮ ਦੱਸੂਗਾ ਕਿਉਂਕਿ ਪੰਚਾਇਤ ਦੀ ਤਾਂ ਕੋਈ ਗੱਲ ਨਹੀਂ, ਉਹ ਜਵਾਬ ਤੇ ਹੈਗਾ, ਕੋਈ RTE ਪਾ ਦੂ। ਜਿਹੜਾ ਮੇਰੇ ਲਈ ਮੇਨ ਸੀਗਾ ਨਾ ਰੀਜਨ, ਮੇਰੇ ਲਈ ਨੌਜਵਾਨ ਸਭਾ ਦਾ ਬਹੁਤ ਵੱਡਾ ਬੋਝ ਆ ਮੇਰੇ ਸਿਰ ਤੇ। ਲੋਕਾਂ ਨੇ ਮੈਨੂੰ ਪੈਸਾ ਦਿੱਤਾ ਵਾ, ਮੈਂ ਉਹ ਕਿੱਥੇ ਲਾਇਆ ਉਹ ਮੇਰੇ ਲਈ ਜ਼ਰੂਰੀ ਆ ਵੀ ਆਹ ਪੈਸਾ ਮੈਂ ਇੱਥੇ ਲਾਇਆ। ਪਹਿਲਾਂ ਮੈਂ ਦੱਸੂਗਾ ਤੁਹਾਨੂੰ ਇਹਦਾ ਜਿਹੜੇ ਆਪਣੀ ਪੰਚਾਇਤ ਨੇ ਕੰਮ ਕੀਤੇ ਆ, ਉਹ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਜਿਹੜਾ ਆਹ ਨੌਜਵਾਨ ਸਭਾ ਨੂੰ ਜਿੰਨੇ ਕੁ ਲੋਕਾਂ ਨੇ ਪੈਸੇ ਦਿੱਤੇ ਉਹ ਅਸੀਂ ਕਿੱਥੇ ਲਾਏ ਆ। ਸ਼ੁਰੂ ਆਪਾਂ ਡਿਸਪੈਂਸਰੀ ਤੋਂ ਕਰਦੇ ਜੀ। ਪਹਿਲਾਂ ਤਾਂ ਤੁਸੀਂ ਦੇਖਿਆ ਵੀ ਮੇਰੀ ਉਮਰ ਹੋ ਗਈ 36 ਸਾਲ। 36 ਸਾਲ ਦੀ ਏਜ 'ਚ ਮੈਂ ਤਾਂ ਡਿਸਪੈਂਸਰੀ ਉਵੇਂ ਹੀ ਦੇਣਾ ਸੀਗਾ, ਤੁਸੀਂ ਸਾਰਿਆਂ ਨੇ ਵੇਖੀ ਆ ਨਾ। ਹੁਣ ਜਾਂਦੇ ਆ ਨਾ ਡਿਸਪੈਂਸਰੀ 'ਚ, ਦੇਖੋ ਖੰਡਰ ਪਿਆ ਸੀ ਡਿਸਪੈਂਸਰੀ, ਉਹ ਚਾਲੂ ਕਰਤੀ ਆਪਾਂ ਡਿਸਪੈਂਸਰੀ ਦਾ ਕੰਮ ਕੀਤਾ। ਫਿਰ ਖਾਈ ਵਾਲੀ ਸੜਕ ਤੇ ਪੁਲੀਆਂ ਪਾਈਆਂ ਜੀ, ਨਾਲ ਨਾਲੀ ਬਣਾਈ ਆ।
ਅੰਡਰਗਰਾਉਂਡ ਪੁਲੀਆਂ ਛੱਪੜ ਤੱਕ ਗਈਆਂ, ਖਾਈ ਵਾਲੇ ਛੱਪੜ ਦੇ ਵਿੱਚ ਅੰਡਰਗਰਾਉਂਡ ਪਾਈਪਾਂ ਪੱਕੇ ਵਾਲੇ ਦੇ ਨਾਲ, ਅਗਲੇ ਪਾਸੇ ਉਹਦੇ ਘਰਾਂ ਦੇ ਨਾਲ ਨਾਲੀ ਬਣਾਈ ਆ। ਫਿਰ ਵਿਹੜੇ ਵਾਲੀ ਧਰਮਸ਼ਾਲਾ ਵਿੱਚ ਪਾਣੀ ਦੀ ਟੈਂਕੀ ਬਣਾਈ ਆ ਕੱਸੀ ਵਾਲੇ ਪਾਸੇ। ਉਹ ਪੰਚਾਇਤ ਨੇ ਉਹ ਚ ਦਿੱਤਾ ਸੀਗਾ ਸਮਾਨ, ਇੱਟਾਂ ਦਿੱਤੀਆਂ, ਸਰੀਆ ਦਿੱਤਾ, ਬਜਰੀ ਦਿੱਤਾ, ਸੀਮੈਂਟ ਦਿੱਤਾ। ਬੈਕ ਸਾਈਡ ਤੇ ਨਹੀਂ ਕੱਸੀ ਦੇ ਨਾਲ ਟੈਂਕੀ ਬਣਾਈ ਹੋਈ ਆ। ਫਿਰ ਮੱਲਾਂ ਵਾਲੇ ਛੱਪੜ ਦਾ ਕੰਮ ਕੀਤਾ ਜੀ। ਮੱਲਾਂ ਵਾਲੇ ਛੱਪੜ ਦਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਵੀ ਉੱਤੇ ਲੱਖ ਰੁਪਇਆ ਲੱਗਿਆ, ਜਿਹੜਾ ਅਸੀਂ ਡੀਜ਼ਲ ਦੇ ਬਿੱਲ ਪੰਚਾਇਤ ਖਾਤੇ 'ਚੋਂ ਪਾਏ ਆ। ਤੇ ਦੂਜਾ ਜਿਹੜਾ JCB ਵਾਲੇ ਨੂੰ ਦਿੱਤਾ ਨਾ, ਉਹ ਸਾਰਾ ਪੈਸਾ ਲੋਕਾਂ ਨੇ ਦਿੱਤਾ ਜੀ। ਕਿਸੇ ਨੇ 10,000 5,000 15,000 20,000 ਉਹ ਸਾਰਾ ਉਹਦੇ ਵਿੱਚੋਂ ਸਿੱਧਾ ਉਹਨਾਂ ਨੂੰ ਦਿੱਤਾ ਗਿਆ। ਹਾਂ, ਇਹ ਵੀ ਨਾ ਕੋਈ ਕੱਲ ਨੂੰ ਕਹਿ ਦਿਓ ਵੀ ਸਰਪੰਚ ਨੇ ਪਤਾ ਨਹੀਂ ਉਹ ਰੁਪਈਆ ਪੰਚਾਇਤ 'ਚੋਂ ਪਾ ਕੇ ਤੇ ਬਾਕੀ ਰੁਪਈਆ ਆਪਦੀ ਜੇਬ 'ਚ ਪਾ ਗਿਆ। ਇਹ ਨੋਟ ਕਰਨ ਵਾਲੀਆਂ ਗੱਲਾਂ, ਕਿਉਂਕਿ ਐ ਹੁੰਦਾ ਨਾ ਕਈ ਵਾਰੀ ਆਪਾਂ ਸਾਂਝੇ ਰਾਹ ਦੇ ਪਿੰਡ 'ਚੋਂ ਪੈਸਾ ਇਕੱਠਾ ਕਰਕੇ ਲਾ ਦਿੰਦੇ ਆ, ਬਾਅਦ 'ਚੋਂ ਬਿੱਲ ਪੰਚਾਇਤ 'ਚ ਹੀ ਪੈਂਦੇ ਆ। ਇਹ ਚੀਜ਼ ਦੀ ਗੌਰ ਰੱਖਿਓ, ਇਹ ਚੀਜ਼ ਧਿਆਨ ਤੁਹਾਡੇ ਰੱਖਣ ਵਾਲੀ ਹੈ ਵੀ ਜਿਹੜੇ ਮੈਂ ਕੰਮ ਗਿਣਾਊਂ ਉਹ ਐਂ ਦੇਖ ਲਓ ਕਿਤੇ ਪਹਿਲਾਂ ਤਾਂ ਨਹੀਂ ਹੋਏ ਵੀ ਇਹਨਾਂ ਨੇ ਹੁਣ ਵਿੱਚ ਐਡ ਕਰਤੇ। ਮੱਲਾਂ ਵਾਲੇ ਛੱਪੜ ਦਾ ਕੰਮ ਕੀਤਾ। ਫਿਰ ਮੱਲਾਂ ਵਾਲੀ ਗਲੀ ਬਣਾਈ ਆ ਜੀ। ਉਹ ਬਣਾਈ ਸੀਗੀ ਪੱਤੋਂ ਵਾਲੀ ਸੜਕ ਤੋਂ ਲੈ ਕੇ ਆਪਣੇ ਸੋਢੀ ਦੇ ਘਰ ਤੱਕ। ਉਹ ਮਿੱਟੀ ਪਾਈ ਆ, ਉੱਚੀ ਚੱਕੀ ਆ, ਉਹ ਨਾਲ ਚੱਕਰੀਆਂ ਵਾਲੀ ਗਲੀ ਛੋਟੀ ਜੀ ਜਿਹੜੀ ਉਹ ਕਵਰ ਕੀਤੀ ਸੀਗੀ। ਸ਼ਿੰਗਾਰੇ ਕੇ ਗਲੀ ਬਣਾਈ ਆ ਜਿਹੜੀ ਖਾਈ ਵਾਲੀ ਸੜਕ ਤੋਂ ਉਹਦੇ ਪਿੰਡ 'ਚ ਨੂੰ ਵੜਦੀ ਆ। ਸ਼ਿੰਗਾਰੇ ਕੇ ਬਹੁਤ ਬੁਰਾ ਹਾਲ ਸੀ, ਪੰਚਾਇਤ ਨੇ ਸਟਾਰਟਿੰਗ ਉੱਥੋਂ ਹੀ ਕੀਤੀ ਸੀ, ਮੱਲਾਂ ਵਾਲੀ ਗਲੀ ਤੋਂ ਤੇ ਇਸ ਚੀਜ਼ ਤੋਂ ਸਟਾਰਟਿੰਗ ਕੀਤੀ ਸੀ। ਉਹ ਪੱਕੀ ਕੀਤੀ ਆ, ਮਿੱਟੀ ਪਾ ਕੇ ਉੱਚੀ ਕੀਤੀ ਆ, ਨਾਲ ਉਹਦੇ ਨਾਲੀਆਂ 'ਚ ਇੱਕ ਪਾਸੇ ਫਰਮਾ ਪਾਇਆ ਸੀਗਾ। ਫਿਰ ਬੂਟਾ ਕੁੱਕੇ ਕੇ ਘਰ ਵਾਲੀ ਗਲੀ ਉਹ ਉੱਚੀ ਕੀਤੀ ਆ। ਉਹ 'ਚ ਜਿੱਥੇ ਜਿੱਥੇ ਲੋੜ ਪਈ ਇੱਟਾਂ ਨਵੀਆਂ ਲਾਈਆਂ, ਸਾਈਡਾਂ ਤੇ ਨਹੀਂ ਪੁਰਾਣੀ ਇੱਟ ਤੋਂ ਕੰਮ ਲਿਆ ਗਿਆ। ਮਾਰ ਕੇ ਵੀ ਵੇਖ ਸਕਦੇ ਆ, ਪੁਰਾਣਾ ਮਾਰਕਰ ਤੇ ਸਾਡਾ ਹੋਣ ਵਾਲਾ ਵਿੱਚ ਉਹ 'ਚ ਨਵਾਂ ਐਡ ਹੋਊਗਾ। ਇਹ ਨਹੀਂ ਹੋਊਗਾ ਵੀ ਇੱਟ ਅਸੀਂ ਪੁਰਾਣੀ ਲਾ ਕੇ ਵਿੱਚ ਉਹਦੇ ਨਵੀਂ ਪਾਈ ਹੋਊਗੀ। ਫਿਰ ਰੂਪਕਿਆਂ ਵਾਲੀ ਗਲੀ ਕੀਤੀ ਆ। ਜਦੋਂ ਅਸੀਂ ਬਣੇ ਆ, ਬਹੁਤ ਵੱਡੀ ਮੇਰੇ ਲਈ ਵੀ ਚੀਜ਼ ਸੀ। ਜਦੋਂ ਮੈਂ ਰੂਪ ਦੇ ਘਰੇ ਅਸੀਂ ਇੱਥੋਂ ਇਕੱਠੇ ਹੋ ਕੇ ਗਏ, ਇਹਨਾਂ ਨੇ ਸਾਡਾ ਸਮਰਥਨ ਕੀਤਾ। ਉਹ ਗਲੀ ਦੇ ਵਿੱਚ ਦੀ ਲੰਘਿਆ ਨਹੀਂ ਗਿਆ। ਉਹ ਹੁਣ ਗਲੀ ਤੁਸੀਂ ਜਾ ਕੇ ਵੇਖ ਸਕਦੇ ਹੋ, ਕੜੌਚਾ ਲਾਇਆ ਵਾ ਸੈਂਟਰ 'ਚ, ਉਹਦੇ ਨਾਲੀ ਬਣਾ ਕੇ ਉੱਤੇ ਉਹਦੇ ਸਲੇਬਾਂ ਰੱਖੀਆਂ ਗਈਆਂ। ਚਲੋ ਖਰਚਾ ਥੋੜਾ ਵੱਧ ਹੋ ਗਿਆ, ਪਰ ਮੇਰੇ ਸਿਰ ਬਹੁਤ ਵੱਡਾ ਲਾਂਭਾ ਸੀ ਉਹਦੀ ਮਾਤਾ ਦਾ। ਫਿਰ ਮਹਿਮੇ ਵਾਲੀ ਗਲੀ ਪੱਕੀ ਕੀਤੀ ਹੈ ਜੀ। ਆਪਣਾ ਮਹਿਮਾ ਨੇ ਬਿਜਲੀ ਵਾਲਾ, ਉਹਦੇ ਘਰ ਤੋਂ ਲੈ ਕੇ ਮੂਹਰੇ ਤੱਕ ਉਹ ਗਲੀ ਦੇ ਨਾਲ ਉਹਦੇ ਨਾਲੀਆਂ 'ਚ ਫਰਮੇ ਪਾਏ ਆ। 11 ਮੰਨ ਕੇ ਚਲੋ ਵੀ 9 ਕੰਮ ਹੋ ਗਏ। ਸੁਣੀ ਚੱਲੋ ਵੀ ਕੰਮ 66 ਲੱਖ ਰੁਪਏ ਦੇ ਮੈਂ ਤੁਹਾਨੂੰ ਕੰਮ ਦੱਸਦਾ ਹੀ ਪੰਚਾਇਤ ਨੇ ਕੀ ਕੀਤੇ ਆ। ਫਿਰ ਗੁੱਲੀਆਂ ਆ ਨਹੀਂ ਆਪਣੇ ਬੋਲੇ ਕੇ ਗੁੱਲੀ ਮੱਲ ਉਹਨਾਂ ਦੇ ਘਰਾਂ ਤੱਕ ਉਹ ਗਾਂ ਵਾਲਿਆਂ ਨੇ ਜਵਾਬ ਦਿੱਤਾ ਸੀ, ਕਹਿੰਦੇ ਅਸੀਂ ਗਲੀ ਉੱਚੀ ਨਹੀਂ ਕਰਾਉਣੀ, ਸਾਡਾ ਪਾਣੀ ਨਹੀਂ ਲੰਘਣਾ। ਉਹਨਾਂ ਦੇ ਘਰ ਤੱਕ ਅਸੀਂ ਨਾਲੀ ਬਣਾਈ ਆ, ਨਾਲ ਹਰਜੀ ਕੇ ਘਰ ਤੋਂ ਲੈ ਕੇ ਉਹ ਗਲੀ ਪੱਕੀ ਕੀਤੀ ਹੈ। ਫਿਰ ਤਖਤੂਪੁਰੇ ਵਾਲੇ ਰਾਹ ਤੇ ਪਾਈਪਾਂ ਪਾਈਆਂ ਅੰਡਰਗਰਾਉਂਡ, ਨਾਲ ਉਹਦੇ ਖੜੌਂਚਾ ਜਿਹੜੇ ਆ ਹੌਦੀਆਂ ਬਣਾਈਆਂ, ਔਰਲੇ ਪਾਸੇ ਨਾਲਾ ਪੱਕਾ ਬਣਾਇਆ। ਆ ਤਖਤੂਪੁਰੇ ਵਾਲੇ ਰਾਹ ਤੇ ਹੋਇਆ ਜੀ ਕੰਮ। ਅਸੀਂ ਚੱਲਿਓ ਨਾ ਕੀ ਆਇਆ ਹੁੰਦਾ ਵੀ ਉਹਦੀ ਪੰਚਾਇਤ ਨੇ ਵਿੱਚ ਉਹ ਕਰਤਾ। ਫਿਰ ਖੇਤਾਂ ਵਾਲੇ ਤਾਰ ਕਾ ਰਸਤਾ ਪੱਕਾ ਕੀਤਾ। ਉਹ ਜਿਹੜੇ ਖੇਤਾਂ 'ਚ ਰਹਿੰਦੇ ਆ ਉਹ ਤੇ ਟੋਟਲ ਸਾਰੀ ਨਵੀਂ ਇੱਟ ਲੱਗੀ ਆ। ਕੁੱਸੇ ਵਾਲੇ ਭੱਠੇ ਤੋਂ ਆਪਣੇ ਇੱਟ ਆਈ ਆ, ਪਹਿਲਾਂ ਆਈ ਸੀ ਸਟਾਰਟਿੰਗ ਦਿਨੇ ਵਾਲੇ ਤੋਂ। ਹੋਰ ਕੋਈ ਮਾਰਕਾ ਨਹੀਂ ਹੋਊਗਾ ਉਹ 'ਚ। ਪੱਟ ਕੇ ਵੀ ਦੇਖ ਸਕਦੇ ਆ ਜਾ ਕੇ, ਤੇ ਇੱਟ ਚੈੱਕ ਵੀ ਕਰ ਸਕਦੇ ਆ। ਕੋਈ 2 ਨੰਬਰ ਦੀ ਇੱਟ ਨਹੀਂ ਹੋਊਗੀ, 1 ਨੰਬਰ ਦੀ ਇੱਟ ਹੋਊਗੀ। ਇਹ ਵੀ ਨਹੀਂ ਕੱਲ ਨੂੰ ਕੋਈ ਕਮਿਸ਼ਨ ਦੀ ਨਹੀਂ ਝਾਕ ਸੀ। ਬਿਲਕੁਲ ਕੋਈ ਕਹਿ ਦੋ ਭੱਠੇ ਵਾਲਿਆਂ ਤੋਂ ਕੋਈ ਕਮਿਸ਼ਨ ਲੈ ਲਿਆ ਹੋ, ਉਸ ਚੀਜ਼ ਦੇ ਵੀ ਜਵਾਬ ਦੇ ਆ। ਖੇਤ ਵਾਲੇ ਤਾਰ ਕਾ ਰਸਤਾ ਪੱਕਾ ਕੀਤਾ। ਉਹ ਤੋਂ ਬਾਅਦ ਅੱਡੇ ਤੇ ਨਾਲੀ ਬਣਾਈ ਆ। ਆਪਣੇ ਉਹ ਥੋੜੇ ਜਿਹੜੇ ਬਾਈ ਭੋਲੇ ਕੇ ਘਰ ਉਹਨਾਂ ਤੋਂ ਲੈ ਕੇ ਇੱਧਰ ਆਪਣੇ ਅੱਡੇ ਦੇ ਨਾਲ ਉੱਥੋਂ ਤੱਕ ਨਾਲੀ ਬਣਾਈ ਸੀਗੀ। ਸਟਾਰਟਿੰਗ 'ਚ ਉੱਥੋਂ ਹੀ ਸ਼ੁਰੂ ਕੀਤਾ ਸੀ। ਫਿਰ ਸੈਦੋ ਵਾਲੇ ਅੱਡੇ ਤੋਂ ਲੈ ਕੇ ਇੰਟਰਲੌਕ ਟਾਇਲ ਲਾਈ ਆ ਉਹ ਧੂਰਕੋਟ ਵਾਲੇ ਅੱਡੇ ਤੱਕ। ਆ ਵੱਡੀ ਗਲੀ ਜਿਹੜੀ ਜਾਂਦੀ ਆ, ਨਾਲ ਇਹਨਾਂ ਦੇ ਇੱਟ ਬਚ ਗਈ ਸੀਗੀ, ਉਹ ਬ੍ਰਾਂਚ ਭਾਨੇ ਕੇ ਘਰਾਂ ਨੂੰ ਕੱਢੀ ਆ। ਉਹ ਵੀ ਇੰਟਰਲੌਕ ਲਾਈ ਆ। ਉਹ ਤੋਂ ਬਾਅਦ ਬਾਈ ਬਟੇਰੇ ਦੇ ਘਰ ਦੇ ਮੂਹਰੇ ਰਸਤਾ ਕੱਚਾ ਹੀ ਪਿਆ ਸੀ ਹੁਣ ਤੱਕ, ਉਹ ਪੱਕਾ ਲਾਇਆ। ਉਹ ਇੱਟ ਅਸੀਂ ਜਿਹੜੀ ਇੱਧਰੋਂ ਇੱਟ ਬਚੀ ਸੀ ਪੁਰਾਣੀ, ਉਹ ਉਧਰਲੇ ਪਾਸੇ ਲਾਈ ਆ। ਤੇ ਦੂਜੀ ਉਹ ਇੱਟ ਨਾਲ ਹੀ ਅਸੀਂ ਸਕੂਲ ਵਾਲੇ ਰਸਤੇ ਤੇ ਭੇਜਤੀ ਸੀਗੀ। ਉਹ ਸਕੂਲ ਦੇ ਬਰਾਬਰ ਚ ਲੈ ਗਿਆ। ਤੇ ਉਹ ਕੋਸ਼ਿਸ਼ ਅਸੀਂ ਗਾਂ ਬਾਈ ਰਲੇ ਕੇ ਖੇਤਾਂ ਤੱਕ ਉਹਨੂੰ ਲੈ ਕੇ ਜਾਣਾ। ਹੋਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਉਧਰ ਨੂੰ ਲੈ ਕੇ ਜਾਣ ਦੀ। ਹਾਂਜੀ ਕੋਈ ਗੱਲ ਨਹੀਂ। ਬਾਹਰਲੇ ਵਿਹੜੇ ਵਿੱਚ ਨਾਲੀਆਂ ਦਾ ਕੰਮ ਕੀਤਾ। ਬਾਹਰਲੇ ਵਿਹੜੇ ਸਾਰੀਆਂ ਗਲੀਆਂ ਦੇ ਵਿੱਚ ਨਾਲੀਆਂ ਫਰਮੇ ਪਾਏ ਆ। ਫਿਰ ਥੱਲੇ ਬਜਰੀ ਪਾ ਕੇ ਵਧੀਆ ਤਰੀਕੇ ਨਾਲ ਨਾਲੀਆਂ ਬਣਾਈਆਂ। ਹੁਣ ਗਲੀਆਂ ਤੋਂ ਨਾਲੀਆਂ ਉੱਚੀਆਂ ਹੋ ਗਈਆਂ, ਪਹਿਲਾਂ ਡੂੰਘੀਆਂ ਸੀਗੀਆਂ। ਤੇ ਨਾਲ ਹੀ ਨਾਲੇ ਦਾ ਕੰਮ ਕੀਤਾ ਆਪਣੇ ਅੱਡੇ ਤੱਕ, ਸਾਰਾ ਨਾਲਾ ਉੱਚਾ ਕੀਤਾ ਉਹ ਚਨਾਈ ਲਾ ਕੇ। ਫਿਰ ਗਾਜੀਣੇ ਵਾਲੀ ਸੜਕ ਤੋਂ ਲੈ ਕੇ ਸੋਢੀ ਕੇ ਘਰ ਤੱਕ ਇੰਟਰਲੌਕ ਟਾਇਲ ਲਾਈ ਆ। ਉਹ ਇੱਟ ਅਸੀਂ ਕੋਸ਼ਿਸ਼ ਪਹਿਲਾਂ ਇਹ ਇੱਟ ਅਸੀਂ ਪੱਟ ਲਈ ਸੀਗੀ ਵੀ ਕੰਮ ਲੈ ਲਈਏ। ਉਹ ਇੱਟ ਨਿਕਲਦੀ ਸੀ ਬੇਕਾਰ, ਜ਼ਿਆਦਾਤਰ ਉਹ 'ਚੋਂ ਡਲੇ ਨਿਕਲਦੇ ਸੀਗੇ।
फिर असीं फैसला लिया पंचायत ने सानू बाई इन्हां दा एक्सपीरियंस सी सैकटरी वर्गा रौलू वर्गा दा, ये कहंदे भी तुसीं ਇੱਟ ना कड्ढो थल्लिओ। ਉਹ ਮੈਨੂੰ भी लग्या भी अपनियां इत्थों थोड़ी जी गली दब गई, ਉਹ थल्ले इंटरलॉक ਉਹ ਇੱਟ पट्टन नाल ਜਦੋਂ नवीं पाउंदे आ मिट्टी ਉਹ दबा नहीं आउंदा सही, ਉਹ फिर असीं ਇੱਟ पट्टन दी बजाय ਉਹਦੇ ਉੱਤੇ ही ਉਹ इंटरलॉक टाइल लाई गई। फिर बाबे सरपंच के बाबा बाला नहीं गा, उन्होंने घर तो लैके कलासपति धर्मशाला तक उत्थे तक इंटरलॉक टाइल लाई है, नाल उन्होंने नालियां बनाईयां। फिर माटे के घर नूं एक गली जाती है, मुंडा नहीं माटा ਸਿੰਘਾ कोल रहिंदा, ਉਹਦੇ घर नूं कच्चा रास्ता सीगा, ਉਹ काफी समय ਦਾ ਸੀ, ਉਹਦੇ घर तक ਉੱਥੋਂ तक ਉਹ सारी नवीं ਇੱਟ ਲੱਗੀ ਆ, नाल ਉਹਦੇ थोड़ा जिहा सीमेंट बजरी पई है। जिन्नियां अपने नालियां बणीਆਂ होईਆਂ ਸੀ पिंड 'ਚ ਉਹਨਾਂ ਤੇ ਤੁਹਾਨੂੰ पता भी चैनर सीगे लोहे दे रखे हुए, ਉਹ पंचायत ने सारियां सलेबां रखीਆਂ ਉਹਦੇ ਤੇ ਵਧੀਆ नरूइयां करके बना के, जिन्नियां अपनियां नालियां टुੱਟੀਆਂ होईਆਂ सीगीਆਂ। स्कूल वाला रास्ता पक्का किया, ਇੱਟ ਇਹੀ उधर लै गए, जिन्ना ਉਹਦੇ लेबर का खर्चा आया वो सारा विच पा के स्कूल के कंध तो कंध तक बराबर तक वो रास्ता पक्का हो गया, 15 फुट रास्ता किया। फिर लखे के घर वाला रास्ता पक्का किया जी, वो बिल्कुल कच्चा ही पिया सीगा। लखे के नहीं अपने हाँ, वो उन्होंने घर नूं विच नूं लैके तो सारी पक्की बिल्कुल जो होई नहीं सी, अज तक गली वो कच्ची पई सीगी। हाँ चलो सैट सफाई करके कुछ मुश्किलों का सामना भी करना पिया, चलो फिर भी क्लीयर करता ही, सोचा सी भी कोई गली कच्ची ना रह जी, वो सारी नवीं ਇੱਟ लगी है उत्थे। फिर भाई खीरू के घर वाला रास्ता पक्का किया जी, वो सारी नवीं ਇੱਟ लगी है, उत्थे भी थोड़ा जिहा अगे भी पंचायत ने वापस इट्टां चुक्कियां, चलो असीं सैटिस्फाई करके घरदिआं नाल वो भी बिल्कुल नवां काम कीता, उत्थे सारी नवीं ਇੱਟ लगी है। फिर विहड़े विच नालियां गलियां पक्कियां कीतियां, ये हैगियां ਉਹ नहीं अपना नहीं दूजी घरां दे बैक साइड ते वो कब्जा, मेरा हत्थ बन के बेनती आ, वो प्लीज गली पक्की हो गई, वो कब्जा चक लो, क्योंकि मजबूरन सानू तो हदायतां भी आईयां, मेरा भरप्पा सुटना पिंड लेवल ते भी अजे तक बालन जां लैटरिन उत्थे उवें ही पई आ, मेरे वाले सत्ते दे बाण दे नाल आ बैक साइड, वो नवें सिरों पंचायत ने गली बनाई आ, वो गली ते कब्जा सीगा पहिलां, वो भी पंचायत ने नवीं बनाई आ, हजे भी हैगा ਉਹਦੇ ਤੇ, ਉਹਦੀ जाके वेख लो, उत्थे बालन रखी बैठे आ, कोई पाथियां पुत्थियां सारा प्लीज हत्थ बन के 3 गलियां नूं क्रॉस करदी आ गली बैक साइड दी उपरले पासे, ਉਹਨੂੰ बहाल कर दो। फिर 2 बोर किते आ जी आपां, ब्लाक संमति जो ग्रांट आई सी सानू कुछ पैसे आ जो लगन वाले आ, 2 बोर करते, बोर किते 400 फुट पत्तन लए आ दोनां दी, नहीं 300 फुट वाला बोर करते सी, रौला पा के मैं कहा साडे पानी पीना लोकां ने, एक बोरगिया बस्ती च कीता, एक इत्थे छोटे इत्थे कीता, हाँ 2 बोर कीते। कोशिश मेरी 4 दी सीगी, फिर भी करूंगा कोशिश भी 2 बोर होर आ जाण, एक बाहरले वेड़े ते एक गुरुद्वारे वाली बस्ती च। फिर आ खूह की सफाई की है, पल्लियों खर्चा करता सीगा जी, वो बाहला लागे सी मजबूर करन, कहंदे खूह की सफाई करा दो भी पानी किसी टाइम तां आ जाणगे, ये पता ही हो चाचा हुण आह खूह की सफाई की, असीं कोई गल नहीं फुटकल खर्चे आपदे कोलों करते। ये आया सीगा जद मन के चलो भी लगभग मेरे लिखे हुए आ भी 7 किताबां टिप्पर रेते दे लवाए, इन्ने काम किए, और चाहते लो भी 7 टिप्पर लगभग एक अद्धे का फर्क हो सकता, ते 4 घग्गर दियां 10 ਚੱਕੀਆਂ 4 घड़ियां ही घग्गर दियां लवाइयां। ये तुसीं डिटेल तुहानूं पता लगी जाओ भी 60 ਲੱਖ रुपये दे विच आह असीं काम कर चुके हैं। ਹੁਣ ਜਿਹੜਾ नौजवान सभा ਦੇ ਪੈਸੇ ਆਏ ਵੇ ਸੀਗੇ ਨਾ ਮੇਰੇ ਕੋਲ, ਉਹ ਉਹਨਾਂ ਦੇ ਕੰਮ ਆ, ਜਿਵੇਂ ਕਿ ਪਹਿਲਾਂ ਤਾਂ ਅਸੀਂ ਸੀਸੇ ਲਾਏ ਆ ਪਿੰਡ ਦੇ ਵਿੱਚ, ਕੁਛ ਕੁ ਫਿਰ ਅਸੀਂ ਲਾਈਟਾਂ ਲਾਈਆਂ ਸੀਗੀਆਂ 4 ਛਪੇਰੇ, ਉਹ ਕੁਛ ਕੁ ਪੈਸੇ ਰਹਿ ਗਏ ਸੀ, ਉਹ ਪੰਚਾਇਤ ਖਾਤੇ 'ਚੋਂ ਪਵਾਏ ਆ, ਉਹ ਉਹਨਾਂ ਦੇ ਸਮਾਧੀ ਕੇ ਪੈਸੇ ਰਹਿ ਗਏ ਸੀ, ਉਹ ਪਰ ਅਸੀਂ ਕੁਛ ਕੁ ਪੈਸੇ ਸਾਤੋਂ ਬਣੇ ਨਹੀਂ। ਬਾਅਦ 'ਚ ਇੱਧਰ ਮੈਂ ਇਸ ਲਾਈਨ 'ਚ ਆ ਗਿਆ, ਮੁੰਡਿਆਂ ਦੇ ਕੰਮਾਂ ਧੰਦਿਆਂ 'ਚ ਲੱਗੇ, ਸ਼ਿਕਵਾ ਵੀ ਆ ਮੇਰਾ ਨੌਜਵਾਨ ਸਭਾ ਨਾਲ, ਕਿਉਂਕਿ ਜਿੱਦੇ ਮੈਂ ਬਣਿਆ ਮੈਨੂੰ ਨੌਜਵਾਨ ਸਭਾ ਨੇ ਬਣਾਇਆ, ਪਰ ਅੱਜ ਮੇਰੇ ਨਾਲ ਹੈ ਨਹੀਂ, ਕੱਲਾ ਜੀ ਮੈਂ ਇਸ ਟਾਈਮ। ਚਲੋ ਮੰਨ ਲਓ ਮੈਂ ਤਾਂ ਇਹੀ ਚਾਹੁੰਦਾ ਸੀ ਉਸ ਟਾਈਮ, ਸਾਡਾ ਟਾਰਗੇਟ ਇਹ ਸੀਗਾ, ਕਹਿੰਦੇ ਵੀ ਆਪਾਂ ਸਰਪੰਚ ਹੀ ਲਈਏ, ਪੈਸੇ ਦੀ ਜ਼ਰੂਰਤ ਆ, ਮੈਂ ਇਹਨਾਂ ਨੂੰ ਕਹਿਤਾ ਸੀ, ਮੈਂ ਕਿਹਾ ਗ੍ਰਾਂਟ ਆਪਣੇ ਹੱਥ 'ਚ ਆਉਣੀਆਂ ਵੀ ਤੁਸੀਂ ਮੂਹਰੇ ਲਾ ਕੇ ਕੰਮ ਕਰੋ। ਇਹ ਮੇਰੀ ਸ਼ਿਕਾਇਤ ਵੀ ਆ ਮੁੰਡਿਆਂ ਨਾਲ ਵੀ, ਉਹ ਹੁਣ ਮੇਰੇ ਨਾਲ ਹੈ ਨਹੀਂ। ਚਲੋ ਫੇਰ ਵੀ ਆ ਮੈਨੂੰ ਵਧੀਆ ਮੈਂਬਰ ਮਿਲੇ ਆ, ਇਹਨਾਂ ਦਾ ਸਾਥ ਆ, ਨਾਲ ਅਸੀਂ ਵਧੀਆ ਕੰਮ ਕਰ ਰਹੇ ਹਾਂ। ਜਿਹੜੀ ਵਿਹੜੇ ਵਾਲੀ ਇੱਕ ਪੁਲੀ ਦਾ ਕੰਮ ਕੀਤਾ ਸੀਗਾ ਜੀ ਅਸੀਂ ਆਪਣੇ ਆ ਛੱਪੜ ਦੇ ਕੋਲ ਹੀ, ਸਭ ਤੋਂ ਪਹਿਲਾਂ ਹਾਂ, ਉਹ ਨੌਜਵਾਨ ਸਭਾ 'ਚ ਪੈਸੇ ਲਾਏ ਸੀ, ਉਹਦੇ ਤੇ 6000,
ਉਹ ਕੱਲ ਨੂੰ ਕਹਿ ਵੀ ਸਕਦੇ ਆ ਤੁਸੀਂ ਉਹ ਕੋਈ ਪੰਚਾਇਤ ਫੰਡ ਚੋਂ ਨਹੀਂ ਪਾਏ ਪੈਸੇ ਉਹਦੇ ਤੇ। ਫਿਰ ਹੱਡਾ ਰੋੜੀ ਦਾ ਕੰਮ ਕੀਤਾ ਸੀਗਾ, 4 ਵਾਰੀ ਕੀਤੀ, ਥੋੜੀ ਕੰਧ ਢਾਈ ਵੀ ਸੀਗੀ, ਉਹ ਵੀ ਨੌਜਵਾਨ ਸਭਾ ਦੇ ਵਿੱਚੋਂ ਦਿੱਤੇ ਆ ਸੀ 7500 ਰੁਪਏ। ਸੀਸਿਆਂ ਦਾ ਕੰਮ ਹੋ ਗਿਆ, ਇਹ ਹੋ ਗਿਆ। ਇੱਕ ਥੋੜਾ ਜਿਹਾ ਨਾ ਪੈ ਗਿਆ ਸੀਗਾ ਅੜਚਣ ਜੀ, ਉਹ ਪਾਈਪਾਂ ਨਾ ਉਹ ਰੋਲਦੂ ਸੀਗਾ ਉਹ ਆਪਣਾ ਸ਼ਾਂਤੀ ਕਾ, ਉਹਨੇ ਨਾ ਥੋੜਾ ਜਿਹਾ ਗਲਤ ਬਣਾਤੀਆਂ ਸੀ ਹੁੰਦੀਆਂ, ਉਹ ਪਾਸ ਨਹੀਂ ਹੁੰਦੀਆਂ ਸੀ। ਉਹ ਵੀ ਮੈਂ ਨੌਜਵਾਨ ਸਭਾ ਦੇ ਵਿੱਚੋਂ 4200 ਰੁਪਇਆ ਲਾਇਆ ਸੀਗਾ, ਦੁਬਾਰਾ ਉਹ ਤੇ ਮਟੀਰੀਅਲ ਵਗੈਰਾ ਲੇਬਰ ਲਾਉਣੀ ਪੈ ਗਈ ਮੈਨੂੰ, ਉਹ ਖਰਚਾ ਮੈਨੂੰ ਹੀ ਪਿਆ ਸੀਗਾ। ਫਿਰ ਮੈਂ ਮੱਲਾਂ ਵਾਲੇ ਛੱਪੜ ਤੇ ਦੱਸ ਚੁੱਕਿਆ ਤੁਹਾਨੂੰ, ਪਹਿਲਾਂ ਡੀਜ਼ਲ ਦੇ ਪੈਸੇ ਸੀ ਪੰਚਾਇਤ ਫੰਡ ਚੋਂ ਪਾਏ ਆ, ਬਾਕੀ ਜਿਹੜੇ JCB ਵਾਲਿਆਂ ਨੂੰ ਦਿੱਤੇ ਆ ਉਹ ਸਾਰੇ ਨੌਜਵਾਨ ਸਭਾ ਦੇ ਵਿੱਚੋਂ ਦਿੱਤੇ ਗਏ ਆ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਡਿਟੇਲ ਬਾਈ, ਵੀ ਲਾਈਟਾਂ ਦਾ ਕੰਮ ਕੀਤਾ, ਸੀਸਿਆਂ ਦਾ, ਵਿਹੜੇ ਵਾਲੀ ਕੁੜੀ, ਛੱਪੜ ਦਾ ਕੰਮ ਕੀਤਾ। ਇੱਕ ਅਸੀਂ ਕੁੜੀ ਦੀ ਫੀਸ ਭਰੀ ਸੀਗੀ ਜੀ, ਮੈਂ ਉਹ ਗੁਪਤ ਰੱਖਿਆ ਸੀਗਾ, ਮੈਸੇਜ ਪਾਇਆ ਸੀ, ਮੈਂ ਕਿਹਾ ਵੀ ਕਿਸੇ ਬੱਚੀ ਦੀ ਨਾ ਮੰਨ ਲਓ ਜ਼ਿੰਦਗੀ ਦਾ ਸਵਾਲ, ਉਹਦੀ ਫੀਸ ਖੜੀ ਸੀ, ਉਹਦੇ ਪੇਪਰ ਸੀਗੇ, ਤੇ ਕਾਫੀ ਪੈਸਾ ਪਿੰਡ ਵਾਲਿਆਂ ਨੇ ਮੇਰੇ ਇੱਕ ਮੈਸੇਜ ਦੇ ਕਹਿਣ ਤੇ ਪਾਤਾ ਸੀਗਾ, ਤੇ ਉਹ ਕੁੜੀ ਦੀ ਫੀਸ ਭਰ ਕੇ ਮੈਂ ਰਸੀਦਾਂ ਦੇ ਦਿੱਤੀਆਂ ਸੀਗੀਆਂ, ਉਹ ਆਪਣੇ ਡਿਟੇਲ ਨੌਜਵਾਨ ਸਭਾ 'ਚ ਹੀ ਪਾਤੀਆਂ ਸੀਗੀਆਂ। ਫਿਰ ਪਿੰਡ ਦੀ ਫਿਰਨੀ ਤੇ JCB ਨਾਲ ਕੰਮ ਕੀਤਾ, ਤੁਹਾਨੂੰ ਪਤਾ ਹੀ ਹੋਊ ਸ਼ਾਇਦ, ਪਿੱਛੇ ਜੇ ਕਾਫੀ ਸਮੇਂ ਦੀ ਗੱਲ ਆ, ਨਗਰ ਕੀਰਤਨ ਤੋਂ ਮੈਂ ਰੂੜੀਆਂ ਵੀ ਪਿੱਛੇ ਠਾ ਕੇ ਆਇਆ ਸੀਗਾ, ਉਹ ਰੂੜੀਆਂ ਫੇਰ ਗਾਂ ਆ ਗਈਆਂ। ਹੁਣ ਆਪਾਂ ਡਿਸਪੈਂਸਰੀ ਜਾਂਦਾ, ਜੇ 4 ਕਦਮ ਤੁਸੀਂ ਗਾਂ ਦੇ ਪਾਸੇ ਜਾ ਕੇ ਸਾਡੇ ਤੋਂ ਕਿੰਨਾ ਹੁੰਦਾਗਾ। ਆ ਹੁਣ ਅੰਦਰਲੇ ਵਿਹੜੇ 'ਚ ਆਪਾਂ ਵੜਦੇ ਆ, ਇੱਥੇ ਦੇਖ ਲਓ ਇੰਟਰਲੌਕ ਦੇ ਉੱਪਰ ਆਈ ਪਈ ਆ, ਉਹ ਥੋੜੇ ਉੱਪਰ ਸੱਟ ਦਿਆ ਕਰੋ। ਇਹ ਹੁਣ ਤੁਹਾਡੀਆਂ ਹੱਥੀਆਂ ਲੜਾਈਆਂ, ਸਾਡਾ ਅੱਜ ਤਾਂ ਸਵਾਰ ਤਾਂ ਫਿਰ ਗਾਜੀਆਂ ਨੇ ਸ਼ਮਸ਼ਾਨ ਘਾਟ 'ਚ ਮੋਟਰ ਪਾਈ ਸੀਗੀ, ਉਹ ਪੈਸਾ ਕੋਲੋਂ ਦਿੱਤਾ ਨੌਜਵਾਨ ਸਭਾ ਦੇ ਵਿੱਚ, ਕੁਛ ਮੋਟਰ ਦੇ ਕਟਾਏ ਸੀ, ਕੁਛ ਅਸੀਂ ਉਹ ਆਪਦੇ ਕੋਲੋਂ ਦਿੱਤਾ ਸੀਗਾ। ਜਿਹੜਾ ਵਾਟਰ ਬਾਕਸ ਦਾ ਹੈਗਾ ਜੀ ਕਰਤਾ ਦਾ ਆਪਾਂ, ਉਹ ਵੈਸੇ ਤਾਂ ਸਾਰੀ ਜ਼ਿੰਮੇਵਾਰੀ ਹੈਗੀ ਆ ਸਾਡੇ ਕੋਲ, ਪਰ ਮੈਂ ਪ੍ਰੈਸ਼ਰ ਪਾ ਕੇ ਬਾਪੂ ਨੂੰ ਸਾਰਾ ਬੋਝ ਦਿੱਤਾ ਵਾ ਉਹਦਾ ਵਾਟਰ ਬਾਕਸ ਦਾ, ਜਿੰਨਾ ਉਹਦੀ ਡਿਟੇਲ ਆਉਂਦੀ ਆ ਪਾਣੀ ਦੇ ਬਿੱਲ ਦੀ, ਪੈਸਾ। ਇੱਕ ਮਿੰਟ ਬਸ 10 ਮਿੰਟ ਲੱਗ ਜਾ, ਪਲੀਜ਼ ਬਹਿ ਜਾਓ, ਕਿਉਂਕਿ ਸਾਰਿਆਂ ਨੂੰ ਤੇਜ਼ੀਆਂ ਕੋਈ ਗੱਲ, ਬਹਿ ਜਾਓ, ਅਰਜ਼ੀਆਂ ਫੇਰ ਹੀ ਕੰਮ ਤੁਹਾਡਾ ਆਉਣਾ, ਬਹਿ ਜਾਓ, 10 ਮਿੰਟ ਹੀ ਆ। ਉਹ ਜਿੰਨਾ ਵਾਟਰ ਬਾਕਸ ਦਾ ਹੈਗਾ ਜੀ, ਸਾਰੇ ਇਹ ਬੈਠੇ ਆ ਬਾਪੂ ਵੀਰਾ ਸਿੰਘ, ਇਹਨਾਂ ਤੋਂ ਕਦੋਂ ਵੀ ਬੇਝਿਜਕੋਗੇ ਤੁਸੀਂ ਕੋਈ ਹਿਸਾਬ ਕਿਤਾਬ ਸਾਤੋਂ ਲੈ ਸਕਦੇ ਆ। ਵਾਟਰ ਬਾਕਸ ਦਾ ਆਡਾ ਸਾਡੀ ਡਿਟੇਲ ਬਣਾਈ ਵੀ, ਉਹ 'ਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਕੰਮ ਕੀਤਾ ਉਹ ਮੂਹਰੇ ਕੰਧ ਤੁਹਾਨੂੰ ਪਤਾ ਹੀ ਆ ਵੀ ਕਢਵਾਈ ਆ ਉਹਦੇ। ਕੋਸ਼ਿਸ਼ ਅੱਗੇ ਵੀ ਨੂੰ ਜਿਹੜੇ ਤੁਸੀਂ ਬਿੱਲ ਦਿੰਦੇ ਆ ਨਾ ਸਾਨੂੰ 100 ਰੁਪਿਆ, ਉਹ ਆਏ ਨਾ ਸੋਚੋ ਵੀ ਅਸੀਂ ਕੋਈ ਜੇਬ 'ਚ ਪਾਈ ਜਾਂਦੇ ਜਾਂ ਆਈ ਜਾਂਦਾ। ਇੱਕ ਤਾਂ ਆਪ ਨੂੰ ਦੁੱਧ ਵਾਲਾ ਪਾਣੀ ਮਿਲਦਾ, ਉਹਨਾਂ ਦੇ ਆਪ ਨੂੰ ਉਹਨਾਂ ਨੇ ਖਰਚੇ ਪਾ ਦੇਣੇ ਆ। ਬਾਕੀ ਜਿਹੜੀ ਲੀਕਿੰਗ ਹੁੰਦੀ ਆ, ਜੇ ਕਿਤੇ ਪੈਪ ਕੋਈ ਟੁੱਟ ਗਿਆ ਕਰ ਗਿਆ, ਉਹ ਅਸੀਂ ਆਪੇ ਕਰਾਉਂਦੇ ਆ। ਜੇ ਕੋਈ ਮੋਟਰ ਨੂੰ ਨੀਕੀ ਹੋ ਜਾਂਦੀ ਆ ਬਣਾਉਣ ਦੀ, ਬਣਾਈ ਜੋ ਸਾਰਾ ਕੁਝ ਅਸੀਂ ਕਰਦੇ ਆ। ਹੁਣ ਆਪ ਨੂੰ ਸਮਝ ਲਓ 3 ਸਾਲਾਂ ਦੇ ਵਿੱਚ ਤੁਸੀਂ ਉਹਨੂੰ ਇੱਕ ਟਾਈਮ ਵੀ ਵਾਟਰ ਬਾਕਸ ਵਾਲੇ ਪਾਣੀ ਦੀ ਕੋਈ ਪ੍ਰੋਬਲਮ ਆਈ ਆ ਕਿ ਨਹੀਂ ਆਈ, ਹੱਥ ਖੜੇ ਕਰਕੇ ਦੱਸੋ। ਇੱਕ ਦਿਨ ਵੀ ਕਹਿ ਦੇਣ, 3 ਟਾਈਮ ਅਸੀਂ ਪਾਣੀ ਛੱਡਦੇ ਆ। ਪਰ ਉਹਦੇ ਵਿੱਚ ਕੀ ਆ, ਸਾਨੂੰ ਇੱਕ ਅਫਸੋਸ ਵਾਲੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਪਾਣੀ ਜਦੋਂ ਨਹੀਂ ਚਾਹੀਦਾ ਹੁੰਦਾ ਨਾ, ਉਹ ਪਾਣੀ ਫਲਿਸ਼ਾਂ ਦੇ ਵਿੱਚ ਚੱਲ ਰਿਹਾ ਜੀ। ਹੁਣ ਮੈਂ ਤੁਹਾਨੂੰ ਬਾਈ ਰਿਕਾਰਡ ਵੀ ਦੇ ਸਕਦਾ, ਫੋਟੋਆਂ ਵੀ ਖਿੱਚੀਆਂ ਹੋਈਆਂ। ਦੱਸੋ ਕਿੰਨੀ ਮਾੜੀ ਗੱਲ ਆ। ਸਾਰੀ ਪਾਈਪਲਾਈਨ ਪਾਈ ਆ ਆਪਣੇ ਰਲੇ ਕੇ ਘਰਾਂ ਤੱਕ ਤੇ ਉੱਧਰ ਕਿਰਪਾਲੇ ਕੇ ਘਰਾਂ ਤੱਕ, ਸਾਰੀਆਂ ਪਾਈਪਾਂ ਪਾਈਆਂ। ਇੱਕ ਦਿਨ ਤੁਹਾਨੂੰ ਮੈਂ ਦੱਸਦਾ ਵੀ ਉਹ ਕਹਿੰਦੇ ਪਾਣੀ ਨਹੀਂ ਆਉਂਦਾ ਸਾਡੇ, ਲਾਈਟ ਦੀ ਬੰਦ ਕਰਵਾ ਕੇ ਵਾਟਰ ਬਾਕਸ ਦੇ ਕੋਲੋਂ ਪਾਣੀ ਛਡਾ ਕੇ ਸਾਰੇ ਘਰਾਂ ਦੇ ਵਿੱਚ ਪਾਣੀ ਗਿਆ ਟੂਟੀਆਂ 'ਚ। ਸਿਰਫ ਟੁੱਲੂ ਪੰਪ ਨਹੀਂ ਪਾਣੀ ਜਾਣ ਦਿੰਦੇ। ਚਲੋ ਮਜਬੂਰੀ ਆ ਟੁੱਲੂ ਪੰਪ ਚਲਾਉਣਾ, ਪਰ ਜਦੋਂ ਟੈਂਕੀ ਭਰ ਗਈ ਪਲੀਜ਼ ਹੱਥ ਬੰਨ ਕੇ ਬੇਨਤੀ ਆ ਉਦੋਂ ਹੀ ਬੰਦ ਕਰ ਦਿਆ। ਜੇ ਉਹਨਾਂ ਦੇ ਮੂਹਰੇ ਨਾਲ ਟੂਟੀ ਲਾ ਲਓ ਤਾਂ ਕਿੱਡੀ ਕੁ ਗੱਲ ਆ। ਹੁਣ ਤੁਸੀਂ ਮੇਰੀ ਗੱਲ ਸੁਣੋ ਵੀ ਆਪ ਨੂੰ 30 ਰੁਪਈਆਂ ਦੀ ਬੋਤਲ ਮਿਲਦੀ ਆ ਇੱਕ ਪਾਣੀ ਵਾਲੀ, ਉਹ 'ਚ ਪੂਰਾ ਲੀਟਰ ਵੀ ਨਹੀਂ ਹੁੰਦਾ, ਤੇ ਤੁਹਾਨੂੰ ਅਸੀਂ 100 ਰੁਪਏ ਦੇ ਵਿੱਚ ਪੂਰਾ ਮਹੀਨਾ ਪਾਣੀ ਦਿੰਦੇ ਆ ਬੇਸਾਬਾ। 3 ਟਾਈਮ ਟੂਟੀ ਆਉਂਦੀ ਆ, ਦੱਸੋ ਜੇ ਨਹੀਂ ਆਉਂਦੀ ਤਾਂ ਲੋਕ ਤਾਂ 100 ਵੀ ਭਰਦੇ, ਪਰ ਉਹ ਵਿੱਚ ਉਹ ਡਿੱਗਾਂ ਦੇ ਵਿੱਚ ਜਾਂ ਫਲਿਸਾਂ 'ਚ ਸਿੱਟਣ ਦਾ ਕੀ ਫਾਇਦਾ ਉਹ ਪਾਈਪਾਂ। ਫਿਰ ਉਹ ਪੈਸੇ ਵੀ ਤੁਸੀਂ ਦੇ ਰਹੇ, ਜ਼ਿਆਦਾਤਰ ਦੇ ਰਹੇ, ਥੋੜੇ ਨਹੀਂ ਦੇ ਰਹੇ। ਮੈਂ ਉਹਦੇ ਅਲੌਸਮੈਂਟ ਵੀ ਕਰਵਾਈ ਆ, ਡਿਟੇਲ ਪਈ ਆ ਮੇਰੇ ਕੋਲ, ਭਰਪਾਗਾ ਮੈਂ ਜਨਤਕ ਵੀ ਕਰੂੰਗਾ। ਤੇ ਜਿੱਦੇ ਟੂਟੀ ਨਾ ਆਈ ਨਾ, ਮਜਬੂਰ ਨੂੰ ਸਾਨੂੰ ਮੋਟਰ ਬੰਦ ਕਰਨੀ ਪੈਣੀ। ਉਹ ਸੋਚ ਲਿਓ ਵੀ ਜਿਹੜੇ ਬਿੱਲ ਨਹੀਂ ਦਿੰਦੇ ਉਹਨਾਂ ਦੀ ਆ। ਜੇ ਕੋਈ ਹੈਗੀ ਆ ਸਾਨੂੰ ਉਹ ਕਿੰਤੂ ਬਰਾਤੂ ਸਾਨੂੰ ਕਰ ਸਕਦੇ ਆ। ਪਹਿਲਾਂ ਚੰਨੀ ਸਰਕਾਰ ਮੌਕੇ ਮਾਫ ਹੋ ਗਿਆ ਸੀ, ਉਹਨਾਂ ਦੇ ਰੁਪਈਏ ਅਸੀਂ ਕਲੀਅਰ ਮਾਫ ਕਰਤੇ, ਪਰ ਹੁਣ ਕੋਈ ਮਾਫੀ ਨਹੀਂ। ਹੁਣ ਬਿੱਲ ਦੇਣਾ ਹੀ ਪੈਣਾ 100 ਰੁਪਏ, ਮਜਬੂਰੀ ਆ ਸਾਡੀ ਬਸ। ਉਹ ਹੁਣ ਤੁਸੀਂ ਦੇਖੋ ਮੰਨ ਲਓ ਕਰਤੇ ਦੱਸਦੇ ਅਸੀਂ ਹੈਗੇ ਆ ਨਾ ਉਹਦੇ, ਜੇ ਟੂਟੀ ਨਹੀਂ ਆਉਂਦੀ ਤੁਸੀਂ ਸਾਨੂੰ ਜਵਾਬਦੇਹ ਹੋ ਸਕਦੇ ਆ। ਕਿਸੇ ਵੀ ਘਰਾਂ 'ਚ ਆਪਣੇ ਮੋਟਰ ਨਹੀਂ, ਸਰ ਵਾਟਰ ਬਾਕਸ ਤੋਂ ਤੁਹਾਡਾ ਗੁਜ਼ਾਰਾ ਚੱਲਦਾ ਪਾਣੀ ਦਾ, ਤੇ ਕਾਹਦੇ ਵਿੱਚ ਤੁਸੀਂ ਕਿਉਂ ਨਹੀਂ 100 ਰੁਪਇਆ ਦਿੰਦੇ? ਉਮੀਦ ਆਪਾਂ ਇੰਨੇ ਫਜ਼ੂਲ ਖਰਚੇ ਕਰੀ ਜਾਂਦੇ ਆ। ਉਹ ਬੇਨਤੀ ਆ 100 ਰੁਪਇਆ ਜ਼ਰੂਰ ਲਓ। ਤੇ ਜੇ ਕੋਈ ਉਹਦਾ ਕੋਈ ਕਿਸੇ ਨੂੰ ਹੈਗੀ ਆ ਕੋਈ ਡੈਕ ਹਿਸਾਬ ਕਿਤਾਬ ਵੀ ਉਹ ਸਾਤੋਂ ਪੁੱਛ ਸਕਦੇ ਆ। ਵਾਟਰ ਬਾਕਸ ਦਾ ਉਹ ਵੀ ਅਸੀਂ ਜਵਾਬ ਦੇ ਆ ਵੀ ਕਿੰਨੇ ਪੈਸੇ ਸਾਡੇ ਕੋਲ ਇਕੱਠੇ ਹੋਏ ਆ, ਕਿੰਨੇ ਅਸੀਂ ਖਰਚ ਕੀਤੇ ਆ, ਕੀ ਕੁਛ ਕੀਤਾ। ਕੰਧ ਮੂਹਰੇ ਕੱਢੀ ਆ, ਤੁਸੀਂ ਆਪ ਹੀ ਵੇਖਿਆ ਸਾਰਾ।
ਸਰਪੰਚ ਨੂੰ ਮੇਨ ਸਮੱਸਿਆ ਨਾ ਜਿਹੜੀ ਆਪਣੇ ਬਣਾ ਰਹੀ ਟ੍ਰੇਨ ਦੇ ਘਰ ਅੱਛਾ ਲੱਗੇ ਨੇ ਉਹ ਜਦੋਂ ਪੈਪ ਛੱਡਦੇ ਆ ਪਿੱਛੇ ਚੱਲਦਾ ਟੁੱਲੂ ਪੰਪ ਉਹ ਸਾਰੇ ਹਾਂ ਇਹ ਵੀ ਆਈ ਆ ਮੇਰੇ ਕੋਲ ਇਹ ਬਹੁਤ ਉਹਦੇ ਹੈਪੀ ਦੇ ਝੋਨਾ ਨੂੰ ਵੀ ਸ਼ਾਇਦ ਤੇ ਬੈਠੇ ਹੋਣੇ ਜਿਹੜੇ ਬੰਦਾ ਕਰਦਾ ਸੋਚ ਕੇ ਕੀ ਪਤਾ ਕੀ ਦਿੱਕਤ ਆ ਬੰਦਾ ਪਿਉਣਾ ਹੁਣ ਮੰਨ ਲਓ ਤੁਸੀਂ ਟੂਟੀ ਪਾਣੀ ਪੂਰੀ ਕਰਕੇ ਉਹਦੇ ਵਿੱਚ ਚਲੇ ਚ ਸੜਤੀ ਵੀ ਨਾਲੀ ਚ ਸੜਤੀ ਉਹ ਜਦੋਂ ਟੁੱਲੂ ਬੰਪ ਕਰਦੇ ਆ ਨਾ ਪਾਣੀ ਪਿੱਛੇ ਖਿੱਚਦੇ ਆ ਉਹਨਾਂ ਨੇ ਮੈਨੂੰ ਲਾਂਭਾ ਵੀ ਦਿੱਤਾ ਕਹਿੰਦੇ ਭਾਈ ਅਸੀਂ ਪੀਣ ਵਾਲੇ ਕੀ ਅਸੀਂ ਪੈਸੇ ਦੇਈਏ ਨਾ ਅਸੀਂ ਬਿੱਲ ਦੇ ਨਾ ਸਾਡੇ ਪਾਣੀ ਖਰਾਬ ਹੁੰਦਾ ਸਾਰੇ ਉਹ ਪਾਣੀ ਗੰਦਾ ਹੁੰਦਾ ਗੰਦਾ ਪਾਣੀ ਹੋ ਜਾਂਦਾ ਪਹਿਲੀ ਗੱਲ ਤਾਂ ਟੂਟੀ 3 ਫੁੱਟ ਉੱਚੀ ਰੱਖੋ ਤੁਸੀਂ ਕਈ ਵਾਰ ਆਇਆ ਇਹ ਹੈ ਜੀ ਨਲਾਇਕੀ ਬਾਹਰਲੇ ਵਿਹੜੇ ਦੀ ਆ ਮੈਨੂੰ ਕਹਿਣਾ ਪਊਗਾ ਬਿਲਕੁਲ ਕਿਉਂਕਿ ਟੁੱਲੂ ਪੰਪ ਵੀ ਉਹਨਾਂ ਦੇ ਪਾਈਪਾਂ ਵੀ ਉਹ ਸੜਦੇ ਆ ਤੇ ਬਿੱਲ ਵੀ ਨਹੀਂ ਉਹ ਦਿੰਦੇ ਇੱਕ ਸਾਲ ਲਈ ਨਾਲੀਆਂ ਦੀ ਸਫਾਈ ਆਪੇ ਪੰਚਾਇਤ ਕਰਿਆ ਕਰੂ ਗੰਦ ਵੀ ਕਢਾ ਕੇ ਸਭ ਕੁਝ ਚਕਾਇਆ ਕਰੂ ਇਹ ਹੁਣ ਤੁਸੀਂ ਅੱਜ ਬੈਠੇ ਆ ਸਾਰਾ ਆ ਸੁਣ ਲਓ ਮਹਾਰਾਜ ਇੱਕ ਇਹ ਹੁਣ ਤੁਸੀਂ ਸਾਰੇ ਬੈਠੇ ਆ ਚੀਜ਼ ਦੀ ਹਮ ਵੀ ਭਰ ਸਕਦੇ ਆ ਫਿਰ ਤਾਂ ਅਸੀਂ ਆਪਦੀਆਂ ਬਿੱਲ ਬੁੱਕਾਂ ਬਣਵਾ ਕੇ ਲਿਆਵਾਂਗੇ ਬਕਾਇਦਾ ਤੁਹਾਨੂੰ ਪਰਚੀ ਦੇ ਕੇ ਜਾਇਆ ਕਰਾਂਗੇ 40 ਰੁਪਏ ਸੁੱਧੋ ਲਿਆ ਕਰਾਂਗੇ ਨਾ ਮਹੀਨੇ ਦੇ 40 ਰੁਪਏ ਲੈਣੇ ਆ ਸਭ ਆਪੇ ਨਾਲੀਆਂ ਸਾਫ਼ ਹੋਣਗੀਆਂ ਤੇ ਹਾਂ ਉਹ ਚਾਹਿਆ ਜਿਹਦੇ ਮੰਨ ਲਓ ਖਾਲੀ ਪਲਾਟ ਪਿਆ ਪਰਚੀ ਉਹ ਤੋਂ ਵੀ ਉਨੀ ਲਈ ਜਾਊਗੀ ਉਹਦੇ ਘਰ ਦੇ ਮੂੰਹ ਦੀ ਲੰਘਦੀ ਆ ਬਿੱਲਾਂ ਪਲੱਸ ਹੋਊਗਾ ਹੈ ਉਹ ਬਿੱਲ ਨਾਲ ਪਲੱਸ ਹੋ ਜਾਊਗਾ ਤੇ 40 ਰੁਪਏ ਅਸੀਂ ਘਰ ਨੂੰ ਲਾਵਾਂਗੇ ਤੇ ਜੇ ਤੁਸੀਂ ਹਮ ਵੀ ਭਰਦੇ ਆ ਤੇ ਫਿਰ ਅਸੀਂ ਇਹ ਕਦਮ ਚੱਕਾਂਗੇ ਨਾਲੀਆਂ ਦੀ ਦੇਖੋ ਕੋਈ ਸੀਵਰੇਜ ਦੀ ਲੋੜ ਨਹੀਂ ਪਰ ਵਧੀਆ ਸਿਸਟਮ ਚੱਲਦਾ ਆਪਣੇ ਸਿਰਫ ਨਾਲੀਆਂ ਦਾ ਬੁਰਾ ਹਾਲ ਆ ਉਹ ਵੀ ਕਢਾਉਣ ਦੇ ਸਿਰ ਤੇ ਆ ਕੋਈ ਪੈਸੇ ਦਿੰਦਾ ਕੋਈ ਨਹੀਂ ਦਿੰਦਾ ਜੇ ਇੱਕ ਆਪਾਂ ਜ਼ਿੰਮੇਵਾਰ ਬੰਦਾ ਛੱਡ ਦਾਂਗੇ ਉਹ ਹਰੇਕ ਪੈਸੇ ਦਊ ਪਰ ਮੇਰੀ ਇਹ ਬੇਨਤੀ ਆ ਪਾਣੀ ਵਾਲਾ ਕੰਮ ਨਾ ਕਰਿਓ ਵੀ 100 ਰੁਪਿਆ ਤੁਸੀਂ ਪਾਣੀ ਨਾਲ ਮੁੜ ਕੇ ਹੀ ਨਾਲੀਆਂ ਤੇ ਬੰਦਾ ਰੱਖ ਲਓ ਤੇ ਤੁਸੀਂ ਫਿਰ ਪੈਸੇ ਨਾ ਦਿਓ ਐਡਵਾਂਸ ਮਹੀਨੇ ਦੇ ਪੈਸੇ ਇਕੱਠੇ ਕਰਿਆ ਕਰਾਂਗੇ ਉਹਦੇ ਤੇ ਬੰਦੇ ਰੱਖ ਦਾਂਗੇ ਸਾਰੀ ਸਫਾਈ ਟੋਟਲ ਹੋ ਜਾਊਗੀ ਪੰਜਾਬ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਉਹਨਾਂ ਨੇ ਮੀਟਰ ਲਾ ਰਹੇ ਆ ਪਾਸ ਤੇ ਆ ਰਹੇ ਸਾਰੇ ਪੰਜ ਆਓ ਕਲੀਅਰ ਆ ਉਹਦਾ ਮੈਂ ਹੁਣੇ ਪਾਣੀ ਵਾਲੇ ਮੀਟਰ ਲੱਗ ਹੀ ਜਾਣੇ ਆ ਘਰਾਂ ਤੇ ਉਹਦਾ ਜਿੰਨਾ ਕਿ ਤੁਸੀਂ ਯੂਜ਼ ਕਰਿਆ ਕਰਾਂਗੇ ਉਨਾ ਹੀ ਬਿੱਲ ਆਇਆ ਕਰਾਂਗੇ ਜੇ ਡਿੱਗਾ ਸਿੱਟਿਆ ਕਰਾਂਗੇ ਉਹਦਾ ਵੱਧ ਆਇਆ ਦੂਜੀ ਇਹ ਹੈ ਜੀ ਆ ਮੰਨ ਲਓ ਮੇਰੇ 5 ਕਦੀ ਪੰਚਾਇਤ ਨੇ ਕੰਮ ਆਪਦੇ ਕਰੇ ਆ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਆ ਵੀ ਇਹ ਜ਼ਰੂਰੀ ਵੀ ਆ ਭਵਿੱਖ ਚ ਇੱਕ ਤਾਂ ਨਾਲੀਆਂ ਵਾਲਾ ਬੰਦੇ ਰੱਖਣ ਵਾਲਾ ਦੂਜਾ ਨਾ ਗਰਾਊਂਡ ਦੀ ਪ੍ਰੋਬਲਮ ਆ ਬੱਚਿਆਂ ਦੇ ਖੇਡਣ ਲਈ ਮਾਸਟਰਾਂ ਨੂੰ ਵੀ ਪ੍ਰੋਬਲਮ ਆਪਣੇ ਲਈ ਵੀ ਆ ਗਰਾਊਂਡ ਦੀ ਵੀ ਅਸੀਂ ਕਰਾਂਗੇ ਕੋਸ਼ਿਸ਼ ਵੀ ਗਰਾਊਂਡ ਬਾਹਰਲੇ ਪਾਸੇ ਆਪਾਂ ਨੂੰ ਕਿਤੇ ਜ਼ਮੀਨ ਮਿਲ ਜੇ ਉੱਥੇ ਗਰਾਊਂਡ ਬਣਾਇਆ ਜਾਵੇ 1.5 ਕਿੱਲਾ ਦਾ ਹੈਗਾ ਚਲੋ ਨਾ ਸਹੀ ਕਮਾਈ ਕੁਛ ਜਿਹੜੀ ਪੰਚਾਇਤੀ ਪੈੜੀ ਨਾ ਦੇ ਦਈਏ ਬੋਰਡ ਵੀ ਲਾ ਦਾਂਗੇ ਬਾਬਾ ਜੀਵਨ ਸਿੰਘ ਨਗਰ ਤੇ ਜਿਹੜਾ ਔਰਲੇ ਪਾਸੇ ਵਾਲਾ ਇਹਨੂੰ ਬਾਬਾ ਬਾਲਮੀਕ ਇਹ ਠੀਕ ਆ ਜੀ ਸਹਿਮਤ ਨੇ ਇਹ ਦੋ ਆਪਾਂ ਨਾ ਦੇ ਦਈਏ ਕਿਉਂਕਿ ਵਿਹੜੇ ਵਾਲਾ ਸਿਸਟਮ ਜਾਂ ਵਧੀਆ ਨਹੀਂ ਇੱਕ ਹੋਰ ਆ ਜੀ ਮੇਰਾ ਤੁਹਾਡੇ ਅੱਗੇ ਬੇਨਤੀ ਜਿੰਨੇ ਆਪਣੇ ਗੜੇ ਪਏ ਆ ਸੜਕਾਂ ਦੇ ਨਾਲ ਬਹੁਤ ਬੁਰਾ ਹਾਲ ਆ ਰੂੜੀਆਂ ਸੜਕਾਂ ਤੇ ਆ ਜਾਂਦੀਆਂ ਅਸੀਂ ਮੰਗ ਕਰਦੇ ਆ ਤੁਹਾਨੂੰ ਹੱਥ ਬੰਨ੍ਹ ਕੇ 15 ਫੁੱਟ ਜਗ੍ਹਾ ਸੜਕ ਤੋਂ ਤੁਸੀਂ ਪੰਚਾਇਤ ਨੂੰ ਦੇ ਦਿਓ ਪਿਛਲੇ ਪਾਸੇ ਯੂਜ਼ ਕਰੀ ਜਾਣੇ ਸੋਡੇ ਆ ਸਿਰਫ 10 12 ਫੁੱਟ ਜਾਂ 15 ਫੁੱਟ ਪੰਚਾਇਤ ਜਗ੍ਹਾ ਮੰਗਦੀ ਆ ਉਹਦੇ ਤੇ ਅਸੀਂ ਛੋਟੀ ਕੰਧ ਕਰਕੇ ਅਗਲੇ ਪਾਸੇ ਉਹਦੇ ਘਾਹ ਲਾ ਕੇ ਤੇ ਬੂਟੇ ਲਾ ਦਾਂਗੇ ਪਿਛਲੇ ਪਾਸੇ ਗੜੇ ਯੂਜ਼ ਰਹਿਣਗੇ ਕਿਉਂ ਜੀ ਸਹਿਮਤ ਹੋਣਾ ਸਿਰਫ ਗੜਿਆਂ ਦੇ ਨਾਲ ਅਗਲੇ ਸੜਕ ਦੇ ਨਾਲ ਕਿਉਂਕਿ ਜਦੋਂ ਮੰਨ ਲਓ ਕੋਈ ਪਿੰਡ ਚੋਂ ਨਾ ਸੈਦੋਂ ਵਾਲੇ ਅੱਡੇ ਤੇ ਜਾ ਕੇ ਵੇਖੋ ਸਾਰਾ ਗੰਦ ਸੜਕਾਂ ਤੇ ਆ ਰਿਹਾ ਜੇ ਉਹਦੇ ਵਿੱਚੋਂ 15 ਫੁੱਟ ਕਿੰਨੀ ਹੁੰਦੀ ਆ ਇੰਨੀ ਕੀ ਜਗ੍ਹਾ ਜੇ ਉਹ ਦੇ ਦੋਗੇ ਉਹਦੇ ਬੈਕ ਸਾਈਡ ਤੇ ਬੂਟੇ ਲਾ ਕੇ ਗੜੇ ਦਿਸਣੇ ਹੀ ਹਟ ਜਾਣਗੇ ਬੈਕ ਸਾਈਡ ਤੁਸੀਂ ਪਾਥੀਆਂ ਰੂੜੀਆਂ ਜਿਹੜਾ ਆਪਾਂ ਮਰਜ਼ੀ ਕਰੀ ਚੱਲੋ ਫਰੰਟ ਸੋਹਣਾ ਬਣ ਜੂਗਾ ਤੇ ਇਹ ਪੰਜ ਮੈਂ ਤੁਹਾਨੂੰ 5 ਸਵਾਲ ਕੀਤੇ ਆ ਇਹ ਅਗਲੇ ਕਦਮ ਅਸੀਂ ਇਹਨਾਂ ਤੇ ਧਰਾਂਗੇ ਇੱਕ ਕੰਪੋਸਟ ਬਿੱਟਾਂ ਦਾ ਇਹ ਦੱਸਣਗੇ ਕਚਰੇ ਵਾਲੇ ਉਹ ਆਪਣੀ ਧਰਮਸ਼ਾਲਾ ਦੇ ਕੋਲ ਸਾਡੇ ਕਲੀਅਰ ਆ ਉਹੀ ਬਣਾ ਲਾਂਗੇ ਬਾਕੀ ਹੋਰ ਮੈਂ ਦੱਸਾਂ ਜੀ ਚਲੋ ਜ਼ਿਆਦਾਤਰ ਪੰਚਾਇਤ ਨੇ ਰਾਜੀਨਾਮੇ ਕਰਾਏ ਆ ਜੀ ਮੰਨ ਕੇ ਚੱਲੋ ਵੀ 3 ਸਾਲਾਂ ਦੇ ਵਿੱਚ ਸਾਡੇ ਕੋਲ 700-800 ਕੇਸ ਆਇਆ ਸੀਗਾ ਛੋਟੇ ਵੱਡੇ ਕੁੱਲ ਮਿਲਾ ਕੇ ਉਹਦੇ ਵਿੱਚੋਂ ਜ਼ਿਆਦਾਤਰ ਪੰਚਾਇਤ ਨੇ ਰਾਜੀਨਾਮੇ ਕਰਾਏ ਆ ਸਿਰਫ 2 ਕੇਸਾਂ ਤੋਂ ਅਸੀਂ ਮਾਫੀ ਮੰਗਦੇ ਆ ਵੀ ਜਿਹੜੇ ਹਜੇ ਸਾਤੋਂ ਕਵਰ ਨਹੀਂ ਹੋਏ ਸਿਰਫ 2 ਕੇਸ ਆਪਣੇ ਕੋਰਟ 'ਚ ਚੱਲ ਰਹੇ ਆ ਬਾਕੀ ਰਾਜੀਨਾਮੇ ਹੋਏ ਆ ਵੱਡੇ ਕੇਸ ਜਿਵੇਂ ਆਪਣਾ ਕੋਰੀਆਂ ਦਾ ਕਿੰਨਾ ਵੱਡਾ ਸਾਰਾ ਸੈਂਟਰ ਦਾ ਆਇਆ ਮੈਂ ਉਹਦੇ ਵੀਡੀਓ ਦਾ ਉੱਤਰ ਵੀ ਲੜ ਕੇ ਆਇਆ ਇਸ ਚੀਜ਼ ਲਈ ਫਿਰ ਕਹਿੰਦੇ ਸੀ ਸਰਪੰਚ ਇੱਕ ਮਿੰਟ ਬਾਅਦ ਸੁਣ ਲਿਓ ਫਿਰ ਹੋਰ ਗੱਲ ਇੱਕ ਡਾਈ ਸੀਗੀ ਕਹਿੰਦੇ ਸਰਪੰਚ ਨੇ 10 ਲੱਖ ਰੁਪਇਆ ਮੋੜਤਾ ਹੁਣ ਤੁਸੀਂ ਐਂ ਸੋਚੋ ਜਿਹੜਾ ਬੰਦਾ 1 ਰੁਪਈਆ ਦੀ ਖਾਤਰ ਵੀਡੀਓ ਦਾ ਉੱਤਰ 'ਚ ਲੜ ਕੇ ਆਉਂਦਾ ਉਹ 10 ਲੱਖ ਕਿਵੇਂ ਮੋੜ ਦੂਗਾ ਸਿਰਫ ਕੋਈ ਹਵਾ ਬਣਾ ਦਿੰਦੇ ਆ ਕੌਣ 10 ਲੱਖ ਮੋੜੂ ਜੀ ਮੈਂ ਮੋੜ ਦੂੰ ਬਿਲਕੁਲ ਕੋਈ 10 ਲੱਖ ਨਹੀਂ ਮੋੜਿਆ ਹਜੇ ਤੱਕ ਰੁਪਈਏ ਆਏ
ਸਾਡੇ ਕੋਲ। ਹਾਂ ਕੋਸ਼ਿਸ਼ ਮੈਂ ਉੱਥੇ ਵੀ ਲੜ ਕੇ ਆ ਗ੍ਰਾਂਟ ਪਿੱਛੇ ਵੀ ਸਾਨੂੰ ਗ੍ਰਾਂਟ ਦਾ ਥੋੜੀ ਗ੍ਰਾਂਟ ਦਿੰਦੇ ਸੀਗੇ, ਮੈਂ ਵਾਧੀ ਮੰਗਦਾ ਸੀ, ਉਹ ਦਿੰਦੇ ਥੋੜੀ। ਉਹਦੇ ਪਿੱਛੇ ਮੇਰੀ ਲੜਾਈ ਹੋਈ ਆ, ਪੈਸੇ ਆਪ ਨੂੰ ਮਿਲ ਜਾਣੇ ਸੀ। ਮੈਂ ਗੁੱਸੇ 'ਚ ਕਹਿ ਕੇ ਆਇਆ ਮੈਂ ਨਹੀਂ ਲੈਣੀ। ਉਹ 16 ਲੱਖ ਰੁਪਈਆ ਆਪ ਨੂੰ ਮਿਲਿਆਗਾ। ਪਹਿਲਾਂ 1 ਲੱਖ, ਪਹਿਲਾਂ 17 ਲੱਖ ਪੰਜਾਬ ਸਰਕਾਰ ਨੇ ਦਿੱਤਾ, ਹਜੇ ਤੱਕ ਸੈਕਟਰ ਦਾ ਪੈਸਾ ਆਇਆ। ਤੇ ਉਹ ਲਿਖਾ ਦਿਓ ਜਿਹੜਾ ਜਿਹਦੇ ਕੰਮ ਕਿਸੇ ਨੇ ਕਰਾਉਣੇ ਆ, ਸਾਨੂੰ ਲਿਖਾ ਦਿਓ, ਅਸੀਂ ਲਿਖ ਲਾਂਗੇ। ਉਹ ਪਹਿਲ ਦੇ ਆਧਾਰ ਤੇ ਕਰਾਂਗੇ। ਤੁਸੀਂ ਉਹ ਰਸਤੇ ਲਈ ਹੋਈ ਆ ਗੱਲ ਬੋਲੋ ਇੱਕ ਮਿੰਟ ਸਰਪੰਚ ਸਾਹਿਬ ਤੇ ਕਈ ਲਾ ਨਾ ਦੇਈ ਗੱਲ ਬੋਲੋ। ਚੰਗੇ ਕੰਮ ਹੀ ਮਾੜੀ ਨਰੇਗਾ ਦਾ ਕੰਮ ਪਿਛਲੇ ਸਾਲ ਦਾ ਆਪਾਂ ਘੱਟੋ ਘੱਟ ਵੀ 99% ਕੰਪਲੀਟ ਕੀਤਾ। ਜਿਹੜੇ ਬੰਦੇ ਕੰਮ ਤੇ ਨਹੀਂ ਆਏ ਗਾਲੀ ਕਰਦੇ ਆ ਬਈ ਦਿਨਾਂ ਜਿਹੜੇ ਬੰਦੇ ਕੰਮ ਤੇ ਨਹੀਂ ਆਏ ਉਹਨਾਂ ਦਾ ਕਸੂਰਾ ਨਹੀਂ ਤਾਂ 90 ਤੋਂ 95 ਦਿਨ ਅਸੀਂ ਕੰਮ ਦਿੱਤਾ। ਮੇਰੇ ਕੋਲ ਹਿਸਾਬ ਵੀ ਪਿਆ ਗਾ। ਕੋਈ ਮੈਨੂੰ ਫੈਸਲੇ ਗੱਲ ਨਹੀਂ ਮੈਨੂੰ ਪਤਾ ਪੈਸਾ ਨਹੀਂ ਗੱਲ ਸੁਣਦੇ ਜੀ। 1 ਮਿੰਟ ਸੁਣ ਲਓ ਮੇਰਾ ਪਲੀਜ਼, ਬਹਿ ਜਾ 10 ਮਿੰਟ ਸੁਣ। ਉਹ ਨਰੇਗਾ ਦਾ ਹੀ ਆ, ਹੁਣ ਨਰੇਗਾ ਦਾ ਹੀ ਦੱਸਦਾ, ਨਰੇਗਾ ਦਾ। ਬਹਿ ਜਾਓ। ਠੀਕ ਆ, ਰੁਕ ਜਾ ਜੇ ਬੜਾ 10 ਮਿੰਟ ਰੁਕ ਜਾ। ਜਿਹੜਾ ਹਾਜ਼ਰ